ਬਾਣੀ ਗੁਰੂ ਗੁਰੂ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਬਾਣੀ ਵਿਰਲੋ ਵਿਚਾਰਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਸਾ ਹੋਏ ਤੂੰ ਸੁਲਤਾਨ ਕਹਾ ਹੋਗੀਆਂ ਤੇਰੀ ਕਵਨ ਵਡਾਈ ਜੋ ਤੂੰ ਦੇ ਸੁਖ ਸੁਆਮੀ ਹੈ ਮੂਰਖ ਕਹਿਣ ਨਾ ਜਾਈ ਬੇਸ਼ੁਮਾਰ ਅਥਾਹ ਗੰਧ ਅਤੁਲ ਜੋ ਬੁਲਾਵੇ ਤਿਉ ਨਾਨਕ ਦਾਸ ਬੋਲੇ ਅਗਮ ਅਗੋਚਰ ਸਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ। ਵਾਹਿਗੁਰੂ ਸਾਹਿਬ ਜੀ ਬ੍ਰਹਮਾਦਿਕ ਸਿਵ ਛੰਦ ਮੁਨੀਸੁਰ ਰਸਕ ਰਸਕ ਠਾਕੁਰ ਗੁਣ ਗਾਵਤ ਇੰਦਰ ਮੁਨਿੰਦਰ ਖੋਜਤੇ ਗੋਰਖ ਧਰਨ ਗਗਨ ਆਵਤ ਪੁਨ ਧਾਵਤ ਬ੍ਰਹਮਾਦਿਕ ਸਿਵ ਛੰਦ ਮੁਨੀਸੁਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਤੇ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸਰਬ ਸਾਂਝੀ ਵਾਲਤਾ ਦੇ ਪੈਗੰਬਰ ਦੀਨ ਦੁਨੀ ਦੇ ਰਾਖੇ ਮਨੁੱਖਤਾ ਦੇ ਸਾਂਝੇ ਰਹਿਬਰ ਗੁਰਤਾ ਗੱਦੀ ਤੇ ਸੁਭਾਈਮਾਨ ਹਲਤ ਪਲਤ ਕੇ ਰੱਖਿਅਕ ਸਰਬ ਗੁਣ ਸਮਰੱਥ ਸਰਬ ਕਲਾ ਸਮਰੱਥ ਹਾਜ਼ਰ ਨਾਜ਼ਰ ਸਤਿਗੁਰੂ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨਾਂ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਆਪਾਂ ਸਾਰਿਆਂ ਨੂੰ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਇਸ ਪਾਕ ਪਵਿੱਤਰ ਮੁਕੱਦਸ ਸਥਾਨ ਦੇ ਉੱਪਰ ਅੰਮ੍ਰਿਤ ਵੇਲੇ ਦੇ ਦੀਵਾਨਾਂ 'ਚ ਗੁਰੂ ਗੋਦੀ ਅੰਦਰ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਵਡਭਾਗੇ ਹੋ, ਧੰਦਾ ਦੇ ਯੋਗ ਹੋ ਜੋ ਸਤਿਗੁਰੂ ਪਾਤਸ਼ਾਹ ਦੇ ਚਰਨਾਂ 'ਚ ਬੈਠ ਕੇ ਗਰੀਬ ਨਵਾਜ਼ ਦਾਤੇ ਦੀ ਬਖਸ਼ਿਸ਼ ਮਾਣ ਰਹੇ ਹੋ। ਇਲਾਹੀ ਗੁਰਬਾਣੀ ਦੇ ਆਪ ਜੀ ਨੇ ਨਿਤਨੇਮ ਸਰਵਣ ਕੀਤੇ, ਆਸਾ ਜੀ ਕੀ ਵਾਰ ਦੇ ਕੀਰਤਨ ਸਰਵਣ ਕੀਤੇ।
ਉਪਰੰਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਚੱਲ ਰਹੀ ਲੜੀਵਾਰ ਕਥਾ ਗੁਰਬਾਣੀ ਵਿਚਾਰ ਨਾਲ ਜੁੜਨ ਦਾ ਸੁਭਾਗ ਸਮਾਂ ਵੀ ਸਾਨੂੰ ਪ੍ਰਾਪਤ ਹੋਇਆ ਹੈ। ਬ੍ਰਹਮ ਵਿਚਾਰ ਨਾਲ ਜੁੜਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਆਓ ਇਸ ਮਿਲੇ ਹੋਏ ਸਮੇਂ ਨੂੰ ਗੁਰੂ ਚਰਨਾਂ ਵਿੱਚ ਬੈਠ ਕੇ ਗੁਰੂ ਸ਼ਬਦ ਨਾਲ ਜੁੜ ਕੇ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜ ਕੇ ਆਪਣੇ ਜੀਵਨ ਜ਼ਿੰਦਗੀ ਦੀਆਂ ਕੁਝ ਘੜੀਆਂ ਪਲਾਂ ਨੂੰ ਸਫਲ ਕਰਨ ਦਾ ਯਤਨ ਕਰੀਏ। ਸਤਿਗੁਰੂ ਸਾਨੂੰ ਜੀਵਨ ਸਿਹਤ ਬਖਸ਼ ਰਹੇ ਨੇ। ਪਰਮਾਤਮਾ ਨਾਲ ਜੁੜਨ ਦੀ, ਪਰਮਾਤਮਾ ਨੂੰ ਮਿਲਣ ਦੀ ਤਾਕੀਦ ਕਰ ਰਹੇ ਨੇ। ਅੱਜ ਦੇ ਸਵਈਏ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਇਹੀ ਕਹਿ ਰਹੇ ਨੇ ਕਿ ਇੱਥੇ ਬਹੁਤ ਹੀ ਉੱਚੀਆਂ ਰੂਹਾਂ, ਜਿਨ੍ਹਾਂ ਨੂੰ ਦੇਵੀ ਦੇਵਤੇ ਕਿਹਾ ਜਾਂਦਾ ਹੈ, ਸਿੱਧ ਪੁਰਸ਼, ਰਿਸ਼ੀ ਮੁਨੀ ਗੁਣ, ਸਾਰਿਆਂ ਨੇ ਅਲੱਗ-ਅਲੱਗ ਤਰੀਕਿਆਂ ਨਾਲ ਵੇਦਾਂ ਸ਼ਾਸਤਰਾਂ ਦੇ ਮੰਤਰਾਂ ਨੂੰ ਗਾਇਨ ਕਰ ਕਰਕੇ ਪਰਮਾਤਮਾ ਨੂੰ ਖੋਜਣ ਦਾ ਯਤਨ ਕੀਤਾ। ਕਿਸੇ ਨੇ ਪਹਾੜਾਂ 'ਚ ਜਾ ਕੇ ਪਰਮਾਤਮਾ ਨੂੰ ਲੱਭਣ ਦੀ ਕੋਸ਼ਿਸ਼ ਕੀਤੀ, ਕਿਸੇ ਨੇ ਜੰਗਲਾਂ 'ਚ ਬੈਠ ਕੇ ਪਰਮਾਤਮਾ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਬੜੇ ਯਤਨ ਕੀਤੇ, ਬੜੇ ਸਾਧਨ ਬਣਾਏ, ਪਰ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਅੰਤ ਨਹੀਂ ਪਾ ਸਕੇ। ਕੋਈ ਮੰਤਰਾਂ ਦੇ ਜਾਪ ਵਿੱਚ ਉਲਝ ਗਿਆ, ਕੋਈ ਲੋਕਾਂ ਨੂੰ ਵਰਸਰਾਫ ਦੇਣ ਦੇ ਚੱਕਰ 'ਚ ਉਲਝ ਗਿਆ, ਕੋਈ ਊਚ ਨੀਚ ਵੱਡੇ ਛੋਟੇ ਦੇ ਵਿਤਕਰੇ 'ਚ ਉਲਝ ਗਿਆ, ਕੋਈ ਆਪਣੇ ਬਗਾਨੇ ਦੇ ਚੱਕਰ ਵਿੱਚ ਉਲਝ ਗਿਆ। ਕਹਿਣ ਤੋਂ ਮੁਰਾਦ ਕਿ ਚੱਲੇ ਪਰਮਾਤਮਾ ਨੂੰ ਮਿਲਣ ਵਾਸਤੇ ਸੀ, ਪਰ ਆਪਣੀ ਮੰਜ਼ਿਲ ਤੋਂ ਭਟਕ ਗਏ। तो महाराज साहब कहते हैं भाई तैनू भी परमात्मा मिलन वास्ते जिहड़ा रस्ता है वो रस्ता अपना लेना चाहिए, उस रस्ते तुरना चाहिए। ये समा है क्योंकि गोबिंद मिलन की है तेरी बरिया, परमात्मा नूं मिलन का इस भागा समा प्राप्त होया है। ਇਹ ਤੇਰੀ ਔਸਰ, ਇਹ ਤੇਰੀ ਬਾਰ, ਘਟ ਭੀਤਰ ਤੋਂ ਦੇਖ ਵਿਚਾਰ, ਹਰ ਜਸ ਰੇ ਮਨਾ ਗਾਇ ਲੈ। ਜੋ ਸੰਗੀ ਹੈ ਤੇਰੋ ਔਸਰ ਬੀਤਿਓ ਜਾਤ ਹੈ, ਕਹਿਓ ਮਾਨ ਲੈ ਮੇਰੋ। ਕਰੋ ਬਿਨਤੀ ਸੁਣੋ ਮੇਰੇ ਪੀਤਾ, ਸੰਤ ਟਹਿਲ ਕੀ ਬੇਲਾ, ਇਹਾਂ ਖਾਟ ਚਲੋ ਹਰ ਲਾਗਾ। ਆਗੇ ਬਸਨ ਸੁਹੇਲਾ। ਸਤਿਗੁਰੂ ਜਗ੍ਹਾ ਜਗ੍ਹਾ ਤੇ ਸਾਨੂੰ ਬਾਂਹ ਫੜ ਕੇ ਕੋਲ ਬਿਠਾ ਕੇ ਬੜੇ ਪਿਆਰ ਨਾਲ ਸਮਝਾਉਂਦੇ ਨੇ, ਭਾਈ ਆ ਜਿਹੜਾ ਵੇਲਾ ਹੈ ਇਹ ਪਰਮਾਤਮਾ ਨੂੰ ਮਿਲਣ ਦਾ ਹੈ, ਚੰਗੇ ਕਰਮ ਕਰਨ ਦਾ ਹੈ, ਸੇਵਾ ਕਰਨ ਦਾ ਹੈ, ਬੰਦਗੀ ਕਰਨ ਦਾ ਹੈ, ਸਾਧਨਾ ਕਰਨ ਦਾ ਹੈ। ਘਰ ਪਰਿਵਾਰ ਗ੍ਰਸਤੀ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਅਸੀਂ ਨਾਲ ਧਰਮ ਦੇ ਫਰਜ਼ ਨੂੰ ਵੀ ਸਮਝਣਾ ਹੈ। ਪਰਾਈਆਂ ਆਸਾਂ ਨੂੰ ਛੱਡ ਕੇ, ਉਮੀਦਾਂ ਨੂੰ ਛੱਡ ਕੇ ਸਾਨੂੰ ਪਰਮਾਤਮਾ ਦੇ ਨਾਲ ਆਪਣਾ ਰਿਸ਼ਤਾ ਜੋੜਨਾ ਚਾਹੀਦਾ, ਉਹਦੇ ਤੇ ਆਸ ਰੱਖਣੀ ਚਾਹੀਦੀ ਆ, ਉਸੇ ਨੂੰ ਧਿਆਉਣਾ ਚਾਹੀਦਾ। ਇੱਕ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਤੇ ਭਰੋਸਾ ਰੱਖ ਕੇ ਤਨ ਮਨ ਧਨ ਸਭ ਉਸੇ ਨੂੰ ਸਮਰਪਣ ਕਰਕੇ ਪਰਮਾਤਮਾ ਦੀ ਹੀ ਉਪਾਸਨਾ, ਉਸ ਪਰਮਾਤਮਾ ਦੀ ਪੂਜਾ, ਉਸ ਪਰਮਾਤਮਾ ਦਾ ਸਿਮਰਨ, ਉਹਦਾ ਹੀ ਸ਼ੁਕਰਾਨਾ ਕਰਨਾ ਚਾਹੀਦਾ। क्योंकि वो सदैव जुगो जुग अटल है, सदैव रहन वाला अविनाशी है, सारे सुखों का दाता है। सदैव काल उहदे
ਸੁੱਖ ਵੀ ਬਰਕਰਾਰ ਰਹਿੰਦੇ ਨੇ, ਉਹਦੀਆਂ ਦਾਤਾਂ ਵੀ। ਤੋ ਸਤਿਗੁਰੂ ਪਾਤਸ਼ਾਹ ਕਹਿੰਦੇ ਉਸ ਵੱਡੇ ਦਾਤੇ ਨਾਲ ਜੁੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਹੀ ਸਾਡੇ ਜੀਵਨ ਜ਼ਿੰਦਗੀ ਦਾ ਲਾਹਾ ਹੋਏਗਾ। ਪਰਮਾਤਮਾ ਨੇ ਇਸ ਜ਼ਿੰਦਗੀ ਨੂੰ ਸੋਹਣਾ ਬਣਾਉਣ ਵਾਸਤੇ ਧਰਮ ਜਿਹੜਾ ਹੈ ਰੱਬੀ ਗੁਣਾਂ ਨਾਲ ਸ਼ਿੰਗਾਰ ਕੇ ਮਨੁੱਖਤਾ ਨੂੰ ਇੱਕ ਤੋਹਫਾ ਦਿੱਤਾ ਹੈ। ਧਰਮ ਦੇ ਅਰਥ ਅਸਲ ਵਿੱਚ ਫਰਜ਼ ਹੁੰਦੇ ਨੇ। ਜ਼ਿੰਦਗੀ ਜਿਉਣ ਦਾ ਕਰਤੱਵ, ਜ਼ਿੰਦਗੀ ਜਿਉਣ ਦੀ ਜਾਂਚ। ਪਰ ਇਹ ਰੱਬੀ ਗੁਣਾਂ ਨਾਲ ਸ਼ਿੰਗਾਰਿਆ ਹੋਣ ਕਰਕੇ ਸੋਹਣਾ ਲੱਗਦਾ ਹੈ। ਅਕਸਰ ਧਰਮੀ ਲੋਕਾਂ ਕੋਲ ਰੱਬ ਦੇ ਗੁਣ ਆ ਜਾਂਦੇ ਨੇ, ਰੱਬ ਵਰਗਾ ਸੁਭਾਅ ਆ ਜਾਂਦਾ ਹੈ, ਰੱਬ ਵਰਗਾ ਵਰਤਾਅ ਆ ਜਾਂਦਾ ਹੈ, ਰੱਬ ਵਰਗੀ ਫਰਾਕ ਦਿਲੀ ਆ ਜਾਂਦੀ ਹੈ, ਰੱਬ ਵਰਗਾ ਦਿਆਲੂ ਹੋ ਜਾਂਦਾ ਹੈ, ਰੱਬ ਵਰਗਾ ਪਰਉਪਕਾਰੀ ਹੋ ਜਾਂਦਾ ਹੈ। ਉਹਦੇ ਗੁਣ, ਪਰਮਾਤਮਾ ਦੇ ਗੁਣ ਉਸ ਇਨਸਾਨ ਵਿੱਚ ਆ ਜਾਂਦੇ ਆ ਜਿਹੜਾ ਧਰਮੀ ਹੋਵੇ। ਧਰਮ ਕਮਾਉਂਦੇ ਕਮਾਉਂਦੇ ਫਿਰ ਅੱਗੇ ਰਸਤੇ ਬਣ ਜਾਂਦੇ ਆ। ਕੋਈ ਜਪ ਦਾ ਰਸਤਾ ਚੁਣਦਾ ਹੈ, ਕੋਈ ਤਪ ਦਾ ਰਸਤਾ ਚੁਣਦਾ ਹੈ। ਇਸ ਦੁਨੀਆ ਦੇ ਉੱਪਰ ਹਿੰਦੁਸਤਾਨ ਤੇ ਖਾਸ ਕਰਕੇ ਬਹੁਤ ਵੱਡੇ ਵੱਡੇ ਰਿਸ਼ੀ ਮੁਨੀ ਆਏ, ਬੜੇ ਦੇਵੀ ਦੇਵਤੇ ਆਏ, ਬੜੇ ਪੀਰ ਪੈਗੰਬਰ ਆਏ, ਬੜੇ ਸਾਲਕ ਸਾਧਕ ਜੋਗੀ ਸੰਨਿਆਸੀ ਜੰਗਮ ਸਰੇਵੜੇ ਨਾਥ, ਬੜੇ ਲੋਕਾਂ ਦੀ ਆਮਦ ਹੋਈ ਹੈ ਵੀ ਨਹੀਂ। ਔਰ ਉਹਨਾਂ ਨੇ ਪਰਮਾਤਮਾ ਨੂੰ ਮਿਲਣ ਦੇ ਆਪਣੇ ਪੂਜਾ ਅਰਚਨਾ ਦੇ ਜਿਹੜੇ ਸਾਧਨ ਨੇ ਉਹ ਵੀ ਵੱਖੋ ਵੱਖਰੇ ਨੇ। ਜੋਗੀਆਂ ਦੇ 12 ਮਤ ਨੇ, 12 ਹੀ ਅਲੱਗ-ਅਲੱਗ ਨੇ। ਸਨਾਤਨ ਧਰਮ ਵਿੱਚ ਤਾਂ 33 ਕਰੋੜ ਦੇਵੀ ਦੇਵਤਿਆਂ ਦੀ ਗੱਲ ਹੁੰਦੀ ਹੈ ਤੇ ਉਹ ਸਾਰਿਆਂ ਦੀ ਉਹਨਾਂ ਨੂੰ ਮੰਨਣਾ ਧਿਆਉਣਾ ਮੰਤਰ ਸਭ ਕੁਝ ਉਹਨਾਂ ਦਾ ਅਲੱਗ-ਅਲੱਗ ਹੈ। ਉਹਨਾਂ ਦੇ ਮੰਦਰ ਅਲੱਗ-ਅਲੱਗ ਨੇ, ਪੂਜਾ ਅਰਚਨਾ ਦਾ ਸਾਧਨ ਸਾਜੋ ਸਮਾਨ ਉਹ ਅਲੱਗ-ਅਲੱਗ ਹੈ, ਉਹਨਾਂ ਦੀ ਪੂਜਾ ਪ੍ਰਤਿਸ਼ਠਾ ਕਰਨ ਦਾ ਸਮਾਂ ਵੀ ਅਲੱਗ-ਅਲੱਗ ਹੈ। ਕਈ ਮੰਤਰ ਇਹੋ ਜਿਹੇ ਜਿਹਨੂੰ ਮਰਦ ਕਰ ਸਕਦੇ ਆ, ਬੀਬੀਆਂ ਨਹੀਂ ਕਰ ਸਕਦੀਆਂ। ਤੇ ਵੱਖੋ ਵੱਖਰੇ ਤਰੀਕੇ ਅਪਣਾ ਕੇ ਲੋਕਾਂ ਨੇ ਉਹਦਾ ਨਾਮ ਜਪ ਰੱਖਿਆ। ਜਪ ਦੇ ਅਰਥ ਹੁੰਦੇ ਨੇ ਜਪਣਾ। ਜਪ 3 ਤਰੀਕਿਆਂ ਨਾਲ ਹੁੰਦਾ ਹੈ, ਵਾਚਕ ਹੁੰਦਾ ਹੈ, ਉਪਾਸੂ ਹੁੰਦਾ ਤੇ ਮਾਨਸ ਮਾਨਿਆ ਜਿਹਨੂੰ ਕਹਿੰਦੇ। ਵਾਚਕ ਜਿਹੜਾ ਉੱਚੀ ਉੱਚੀ ਬੋਲ ਕੇ, ਜਿਵੇਂ ਅਸੀਂ ਵੀ ਅੱਜ ਵਾਹਿਗੁਰੂ ਦਾ ਸਿਮਰਨ ਬੜੀ ਉੱਚੀ ਬੋਲ ਕੇ ਕੀਤਾ ਜਾਂਦਾ ਹੈ, ਕਰਨਾ ਚਾਹੀਦਾ। ਪਰ ਧਰਮ ਕੀ ਹੈ? ਇਹ ਅੰਤਰ ਆਤਮੇ ਦਾ ਵਿਸ਼ਾ ਹੈ। ਧਰਮ ਸਾਡੇ ਮਨ ਨੇ ਕਮਾਉਣਾ, ਨਾ ਕਿ ਤਨ ਨੇ। ਧਰਮ ਦਾ ਧਾਰਨੀ ਸਾਡਾ ਮਨ ਹੋਣਾ ਚਾਹੀਦਾ ਹੈ। ਧਰਮ ਸਾਡੇ ਮਨ ਵਿੱਚ ਵਸਿਆ ਹੋਣਾ ਚਾਹੀਦਾ ਹੈ। ਮੈਂ ਕੱਲ ਵੀ ਬੇਨਤੀ ਕਰੀ ਸੀ, ਜੇ ਧਰਮ ਬਾਹਰ ਰਹਿ ਗਿਆ ਤਾਂ ਪਖੰਡ ਬਣ ਜਾਂਦਾ ਹੈ। ਜੀਵਨ ਦੇ ਵਿੱਚ ਧਰਮ ਦੇ ਗੁਣ ਨਾ ਹੋਣ, ਜੀਵਨ ਤੋਂ ਬੰਦਾ ਧਰਮੀ ਨਾ ਲੱਗੇ, ਗੱਲਬਾਤ ਤੋਂ ਧਰਮੀ ਨਾ ਲੱਗੇ, ਵਰਤ ਵਰਤਾਰੇ ਤੋਂ ਧਰਮੀ ਨਾ ਲੱਗੇ, ਵਿਹੇਵ ਤੋਂ ਧਰਮੀ ਨਾ ਲੱਗੇ, ਬੋਲੀ ਤੋਂ ਧਰਮੀ ਨਾ ਲੱਗੇ, ਸਹਿਜ ਸੁਭਾਅ ਨਾਲ ਜੀਵਨ 'ਚ ਹੋਵੇ, ਅਡੋਲਤਾ ਨਾਲ ਜੀਵਨ 'ਚ ਹੋਵੇ, ਇਕਾਗਰਤਾ ਨਾਲ ਜੀਵਨ 'ਚ ਹੋਵੇ ਤੇ ਲਿਵਾਸ ਧਰਮੀ ਹੋਵੇ ਤੇ ਲੋਕ ਕਹਿਣਗੇ ਪਖੰਡ ਕਰ ਰਹੇ, ਫਰੇਬ ਕਰ ਰਿਹਾ। ਧਰਮੀ ਐਵੇਂ ਨਹੀਂ ਹੁੰਦਾ। ਧਰਮੀ ਤਾਂ ਜਿਹਦੇ ਜੀਵਨ 'ਚੋਂ, ਜਿਹਦੀ ਗੱਲਬਾਤ 'ਚੋਂ ਧਰਮ ਚੱਲ ਕੇ। ਭਾਈ ਸਾਹਿਬ ਭਾਈ ਵੀਰ ਸਿੰਘ ਨੇ ਕਿਹਾ, ਕਹਿੰਦੇ ਇਹੋ ਜਿਹਾ ਤੁਹਾਡਾ ਸਾਖੀ ਜੀਵਨ ਹੋਵੇ, ਕਹਿਣੀ ਤੇ ਕਥਨੀ, ਅੰਦਰੋਂ ਬਾਹਰੋਂ ਜਿਹੋ ਜਿਹਾ ਮਨ 'ਚ ਉਹ ਜਿਹਾ ਜ਼ੁਬਾਨ ਤੇ ਹੋਵੇ, ਜੋ ਜ਼ੁਬਾਨ ਤੇ ਉਹੀ ਮਨ 'ਚ ਹੋਵੇ। ਤੇ ਅਸਲ ਵਿੱਚ ਬ੍ਰਹਮ ਗਿਆਨੀ ਦੀ ਤਾਂ ਨਿਸ਼ਾਨੀ ਇਹ ਮਹਾਰਾਜ ਨੇ ਦੱਸਿਆ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖਿਆ ਇੱਕ ਸਵੇਰ ਕੋਈ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਵੇ। ਜਿਹੜਾ ਮਨ ਦਾ ਸੱਚਾ ਹੋਵੇ, ਜੋ ਮਨ 'ਚ ਹੈ ਉਹੀ ਮੁਖ ਤੇ ਹੈ, ਜੋ ਮੁਖ ਤੇ ਹੈ ਉਹੀ ਮਨ 'ਚ ਹੈ, ਜੋ ਕਮਰੇ 'ਚ ਉਹੀ ਸਟੇਜ ਤੇ ਹੈ, ਜੋ ਸਟੇਜ ਤੇ ਹੈ ਉਹੀ ਕਮਰੇ 'ਚ ਹੈ। ਜੇ ਆਪ ਨਿਤਨੇਮ ਸੰਗਤ ਨੂੰ ਕਹਿੰਦਾ ਵੀ ਕਰੋ, ਆਪ ਵੀ ਕਰਦਾ ਹੋਵੇ। ਜੇ ਸੰਗਤ ਨੂੰ ਕਹਿੰਦਾ ਅੰਮ੍ਰਿਤ ਵੇਲੇ ਜਾਗੋ, ਆਪ ਜਾਗਦਾ ਹੋਵੇ। ਸੰਗਤ ਨੂੰ ਸੇਵਾ ਲਈ ਕਹਿੰਦਾ ਆਪ ਕਰਦਾ ਹੋਵੇ, ਸੰਗਤ ਨੂੰ ਸਿਮਰਨ ਲਈ ਕਹਿੰਦਾ ਆਪ ਕਰਦਾ ਹੋਵੇ। ਕਹਿਣੀ ਤੇ ਕਥਨੀ ਇੱਕ ਹੋਵੇ।
ਉਹ ਧਰਮੀ ਹੈ। ਤੇ ਉਹਦਾ ਜੀਵਨ, ਭਾਈ ਵੀਰ ਸਿੰਘ ਕਹਿੰਦੇ ਜੀਵਨ ਵਿਆਖਿਆ ਕਰੇ ਗੁਰਬਾਣੀ ਦੀ, ਉਹਨੂੰ ਬੋਲ ਕੇ ਨਾ ਬਾਣੀ ਦੀ ਵਿਆਖਿਆ ਕਰਨੀ ਪਵੇ। ਸਾਡੇ ਮਹਾਨ ਸ਼ਹੀਦ ਭਾਈ ਸਾਹਿਬ ਭਾਈ ਮਨੀ ਸਿੰਘ, ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ, ਬਾਬਾ ਬੰਦਾ ਸਿੰਘ ਜੀ ਬਹਾਦਰ, ਇਹ ਅਸਲ ਵਿੱਚ ਗੁਰਬਾਣੀ ਦੀ ਵਿਆਖਿਆ ਬੋਲ ਕੇ ਨਹੀਂ, ਕਮਾ ਕੇ ਕਰਕੇ ਗਏ। ਜੋ ਤਨ ਚੀਰੈ ਤੋ ਪ੍ਰੀਤ ਨਾ ਤੋਰੋ, ਤਨ ਚੀਰਿਆ ਜਾਂਦਾ ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬੇਨਤੀ ਮੇਰੀ। ਪਾਤਸ਼ਾਹ ਜੇ ਤਨ ਚੀਰਿਆ ਜਾਂਦਾ ਹੋਵੇ, ਪ੍ਰੀਤ ਨਹੀਂ ਤੇਰੇ ਨਾਲ ਟੁੱਟਣੀ ਚਾਹੀਦੀ, ਮੇਰਾ ਤਨ ਬੇਸ਼ੱਕ ਕੋਈ ਚੀਰ ਦੇ। ਭਾਈ ਮਤੀ ਦਾਸ ਵਿਆਖਿਆ ਕਰਦੇ ਬੰਦ ਕੱਟਣ ਦੀ ਗੱਲ ਆਈ, ਇੱਕ ਪੋਟਾ ਕੱਟਿਆ ਜਾਵੇ ਪਰ ਤੇਰੇ ਨਾਲੋਂ ਪ੍ਰੀਤ ਨਹੀਂ ਟੁੱਟਣੀ ਚਾਹੀਦੀ, ਇਹਦੀ ਵਿਆਖਿਆ ਭਾਈ ਮਨੀ ਸਿੰਘ ਕਰਕੇ ਗਏ। ਜੋ ਤੋ ਪ੍ਰੇਮ ਖੇਲਣ ਦਾ ਚਾਹੋ, ਸਿਰ ਧਰ ਤਲੀ ਗਲੀ ਮੇਰੀ ਆਓ, ਇਹਦੀ ਵਿਆਖਿਆ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਕਰਕੇ ਗਏ। ਤੋ ਉਹਨਾਂ ਗੁਰਸਿੱਖਾਂ ਨੇ ਗੁਰਬਾਣੀ ਦੇ ਅਰਥ ਕਮਾ ਕੇ ਦੱਸੇ। ਜਿਵੇਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਤਤੀ ਤਵੀ ਤੇ ਬੈਠੇ ਸਾਈਂ ਮੀਆਂ ਮੀਰ ਕਹਿਣ ਲੱਗਿਆ, ਕੀ ਹੋ ਰਿਹਾ ਪਾਤਸ਼ਾਹ, ਮੇਰੇ ਤੋਂ ਬਰਦਾਸ਼ਤ ਨਹੀਂ ਹੋ ਰਿਹਾ। ਮਾਰੇ ਕਹਿੰਦੇ ਇੱਕ ਦਿਨ ਤੁਸੀਂ ਇੱਕ ਪੰਕਤੀ ਦੇ ਅਰਥ ਪੁੱਛੇ ਸੀ, ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਕਿ ਕੋਈ ਆਪਣਾ ਤਨ ਮਨ ਕੱਟ ਕੇ ਵਿੱਚ ਜਿਉਂਦੇ ਜੀ ਅੱਗ 'ਚ ਸੜ ਸਕਦਾ ਹੈ। ਪਾਤਸ਼ਾਹ ਕਹਿੰਦੇ ਉਸ ਦਿਨ ਮੈਂ ਕੁਝ ਬੋਲਿਆ ਨਹੀਂ ਸੀ, ਅੱਜ ਤੈਨੂੰ ਉਸ ਪੰਕਤੀ ਦੇ ਸਾਖਸ਼ਾਤ ਅਰਥ ਕਰਕੇ ਦਿਖਾ ਦੇ। ਇਹ ਹੁੰਦਾ ਧਰਮ। ਤੇ ਮਹਾਰਾਜ ਸਾਹਿਬ ਕਹਿੰਦੇ ਧਰਮ ਰੱਬ ਦੇ ਗੁਣਾਂ ਨਾਲ ਸ਼ਿੰਗਾਰਿਆ ਹੋਇਆ ਪ੍ਰਮਾਤਮਾ ਨੇ ਸਾਨੂੰ ਤੋਹਫਾ ਦਿੱਤਾ, ਤੇ ਲੋਕਾਂ ਨੇ ਜਪ ਤਰੀਕਾ ਬਣਾਇਆ, ਜਪ ਦੇ ਨਾਲ, ਜਪਣ ਦੇ ਨਾਲ ਕਿ ਪ੍ਰਮਾਤਮਾ ਤੱਕ ਪਹੁੰਚ ਹੋਵੇ। ਕੋਈ ਕਿਸੇ ਮੰਤਰ ਦਾ ਜਾਪ ਕਰ ਰਿਹਾ, ਕੋਈ ਕਿਸੇ ਮੰਤਰ ਦਾ ਜਾਪ ਕਰ ਰਿਹਾ, ਉੱਚੀ ਉੱਚੀ ਜਾਪ ਕੀਤਾ ਜਾ ਰਿਹਾ। ਤੇ ਮੁੱਲਾ ਲੋਕ ਤਾਂ ਕੋਠੇ ਚੜ੍ਹ ਕੇ ਉੱਚੀ ਉੱਚੀ ਬਾਤਾਂ ਵੀ ਦੇ ਰਹੇ ਆ। ਕਬੀਰ ਸਾਹਿਬ ਨੇ ਤਾਂ ਹੀ ਪੁੱਛਿਆ ਸੀ ਵੀ ਐਨੀ ਉੱਚੀ ਆਵਾਜ਼ ਕਿਹਨੂੰ ਆਵਾਜ਼ ਮਾਰ ਰਹੇ ਹੋ? ਕਹਿੰਦੇ ਜੀ ਖੁਦਾ ਨੂੰ। ਉਹ ਕਹਿੰਦੇ ਉੱਚੀ ਆਵਾਜ਼ ਉਹਨੂੰ ਮਾਰੀ ਜਾਂਦੀ ਹੈ ਜਾਂ ਉਹਨੂੰ ਉੱਚਾ ਸੁਣਦਾ ਹੋਵੇ ਜਾਂ ਬਹੁਤ ਦੂਰ ਹੋਵੇ। ਇਹ ਦੋਵੇਂ ਗੱਲਾਂ ਰੱਬ ਤੇ ਲਾਗੂ ਨਹੀਂ ਹੁੰਦੀਆਂ। ਨਾ ਪ੍ਰਮਾਤਮਾ ਨੂੰ ਉੱਚਾ ਸੁਣਦਾ ਤੇ ਨਾ ਪ੍ਰਮਾਤਮਾ ਸਾਡੇ ਤੋਂ ਦੂਰ ਉਹਦਾ ਕਹਿਰ ਉਦਾਸ ਹੱਥ ਪੈ ਨਹੀਂ ਰਿਹਾ। ਜਾਂ ਭੀਤਰ ਤੂੰ ਵਾਂਗਦੇ ਤੇ ਅੰਦਰ ਹੀ ਬੈਠਾ ਹੋ ਪ੍ਰਮਾਤਮਾ ਤੇਰੇ, ਤੂੰ ਕੋਠੇ ਚੜ ਕੇ ਵਾਂਗਾ ਨਾ ਦੇ। ਪਹਿਲਾ ਹੈ ਵਾਚਕ ਉੱਚੀ ਉੱਚੀ ਬੋਲ ਕੇ ਜਪ ਕਰਨਾ। ਮੂੰਹ ਥੱਕ ਜਾਏ, ਜ਼ੁਬਾਨ ਥੱਕ ਜਾਏ, ਫਿਰ ਉਹ ਕਾਂਸ਼ੂ ਬੁੱਲ ਹਿੱਲ ਰਹੇ ਨੇ ਪਰ ਆਵਾਜ਼ ਨਹੀਂ ਆ ਰਹੀ। ਲੋਕਾਂ ਨੇ ਦੂਸਰਾ ਸਾਧਨ ਇਹ ਬਣਾਇਆ, ਚਲੋ ਜਪ ਸਾਧਨਾ ਕਰਨ ਵਾਲਿਆਂ ਦੇ ਇਹ ਆਪਣੇ ਤਜਰਬੇ ਨੇ, ਮੰਨ ਲੈਣੇ ਚਾਹੀਦੇ ਨੇ। ਮੰਜ਼ਿਲ ਪ੍ਰਮਾਤਮਾ ਤੱਕ ਪਹੁੰਚਣ ਦੀ ਹੋਣੀ ਚਾਹੀਦੀ ਹੈ। ਮੰਜ਼ਿਲ ਪ੍ਰਮਾਤਮਾ 'ਚ ਅਭੇਦ ਹੋਣ ਦੀ ਹੋਵੇ, ਰਸਤਾ ਕੋਈ ਵੀ ਹੋਵੇ। ਨਹੀਂ, ਕਈ ਵਾਰ ਲੋਕ ਰਸਤਿਆਂ 'ਚ ਹੀ ਭਟਕ ਜਾਂਦੇ ਆ। ਰਸਤੇ ਪੁੱਛਣ ਦੱਸਣ ਵਿੱਚ ਹੀ ਅੱਜ ਸਾਡੇ ਧਰਮ 'ਚ ਇੰਨੀਆਂ ਦੁਬਿਧਾ ਖੜੀਆਂ ਹੋਈਆਂ ਨੇ। ਸਿਮਰਨ ਨੂੰ ਲੈ ਕੇ, ਨਿਤਨੇਮ ਨੂੰ ਲੈ ਕੇ, ਬਾਣੀ ਨੂੰ ਲੈ ਕੇ, ਹਰ ਗੱਲ ਵਿੱਚ ਦੁਬਿਧਾ। ਇਹ ਸਾਡੇ ਅੱਜ ਦੁਖਦਾਈ ਪਲ ਨੇ। ਸਾਡੀ ਬੜੀ ਸਾਫ ਸੁਥਰੀ, ਸਿੱਧਰੀ ਪੱਧਰੀ, ਇੱਕ ਸਰਲ ਤਰੀਕੇ ਨਾਲ ਮਹਾਰਾਜ ਨੇ ਸਾਨੂੰ ਵਿਚਾਰਧਾਰਾ ਦਿੱਤੀ। ਏਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ। ਸਾਨੂੰ ਇੱਕ ਦੀ ਗੱਲ, ਪਰਮਾਤਮਾ ਦੀ ਗੱਲ ਸੁਣਾਈ, ਪਰਮਾਤਮਾ ਦੀ ਗੱਲ ਸਮਝਾਈ, ਪਰਮਾਤਮਾ ਦੀ ਗੱਲ ਹੀ ਸਾਨੂੰ ਦ੍ਰਿੜ ਕਰਾਈ। ਦੁਨੀਆ ਨੂੰ ਦੱਸਿਆ ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ, ਏਕੋ ਹੈ। ਡੰਕੇ ਦੀ ਚੋਟ ਤੇ ਗੁਰੂ ਨਾਨਕ ਸਾਹਿਬ ਨੇ ਕਿਹਾ, ਇੱਕ ਸਰੋਵਰ ਦਿੱਤਾ, ਇੱਕ ਬਾਣੀ ਦਿੱਤੀ, ਇੱਕ ਨਿਸ਼ਾਨ ਸਾਹਿਬ ਦਿੱਤਾ, ਇੱਕ ਅਰਦਾਸ ਦਿੱਤੀ, ਇੱਕ ਨੇਮ ਦਿੱਤਾ, ਇੱਕ ਵਿਧੀ ਵਿਧਾਨ ਦਿੱਤਾ, ਇੱਕ ਮਰਿਆਦਾ। ਪਰ ਉਹ ਸਾਰੀਆਂ ਚੀਜ਼ਾਂ ਅੱਜ ਇੱਕ ਨਹੀਂ ਰਹੀਆਂ। ਆਪ ਆਪਣੀ ਬੁੱਧ ਹੈ ਜਿੱਤੀ, ਸੰਤ ਸਮੂਹ ਅਨੇਕ ਪੰਥੀ ਕੇ, ਸਭ ਨੇ ਆਪੋ ਆਪਣਾ ਸਿਸਟਮ ਚਲਾਇਆ ਹੋਇਆ। ਚਲੋ ਖੈਰ, ਮੰਜ਼ਿਲ ਪਰਮਾਤਮਾ ਹੋਣੀ ਚਾਹੀਦੀ ਹੈ, ਮੰਜ਼ਿਲ ਗੁਰੂ ਗ੍ਰੰਥ ਸਾਹਿਬ ਹੋਣੀ ਚਾਹੀਦੀ ਹੈ। ਮੰਜ਼ਿਲ ਪਰਮਾਤਮਾ 'ਚ ਅਭੇਦ ਹੋਣ ਦੀ ਇਹ ਮਨਸ਼ਾ ਹੋਵੇ, ਫਿਰ ਸਤਿਗੁਰੂ ਰਸਤਾ ਵੀ ਆਪਣੇ ਆਪ ਦਿਖਾ ਦਿੰਦੇ ਨੇ।
ਉਹ ਰਸਤਿਆਂ ਤੇ ਵੀ ਸਤਿਗੁਰੂ ਆਪ ਆ ਕੇ ਅੱਗੇ, ਜਿਵੇਂ ਬਾਬੇ ਲੈਣੇ ਨੂੰ ਧੰਨ ਗੁਰੂ ਨਾਨਕ ਸਾਹਿਬ ਲੈਣ ਆਏ, ਮਿਲਣ ਦੀ ਇੱਛਾ ਹੋਵੇ ਉਹ ਰਸਤੇ 'ਚ ਆਉਂਦਾ ਲੈਣ। ਚਰਨ ਸ਼ਰਨ ਗੁਰੂ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗਿਆ ਕੋਈ ਲੇਤ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਆਉਂਦੇ ਆ ਸਤਿਗੁਰੂ ਲੈਣ, ਪਰ ਉਹਨੂੰ ਮਿਲਣ ਦੀ ਤਾਂਘ ਲੈ ਕੇ ਚੱਲਦੇ। ਕਿੰਨੇ ਕੁ ਹੋਣਗੇ ਆਪਣੇ ਜੋ ਜਿਹੜੇ ਘਰੋਂ ਗੁਰੂ ਗ੍ਰੰਥ ਸਾਹਿਬ ਨੂੰ ਮਿਲਣ ਆ ਰਹੇ ਹੋਣਗੇ। ਜਿਵੇਂ ਕਿਸੇ ਰਿਸ਼ਤੇਦਾਰ ਨੂੰ ਮਿਲਣ ਦੀ ਖਿੱਚ ਪੈਂਦੀ ਹੈ, ਮਿੱਤਰ ਦੋਸਤ ਨੂੰ ਮਿਲਣ ਦੀ ਖਿੱਚ ਪੈਂਦੀ ਹੈ, ਇੰਨੀ ਖਿੱਚ ਨਾਲ ਕਿੰਨੇ ਕਿੰਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮਿਲਣ ਆਉਂਦੇ। ਜੇ ਉਨੀ ਖਿੱਚ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਮਿਲਣ ਆਉਂਦੇ ਹੋ ਤਾਂ ਸਤਿਗੁਰੂ ਫਿਰ ਹਰ ਜਗ੍ਹਾ ਅੰਗੀਕਾਰ, ਸਦਾ ਅੰਗ ਸੰਗੇ, ਫਿਰ ਉਹ ਅੰਗ ਸੰਗ ਹੋ ਕੇ ਰਸਤੇ 'ਚ ਵੀ ਵਰਤਦਾ ਹੈ, ਤੁਹਾਨੂੰ ਅਹਿਸਾਸ ਕਰਾਉਂਦਾ ਭਾਈ ਤੂੰ ਮੈਨੂੰ ਮਿਲਣ ਆਇਆ ਨਾ, ਆਹ ਦੇਖ ਮੈਂ ਤੇਰੇ ਨਾਲ ਨਾਲ ਆ। ਰਸਤੇ 'ਚ ਤੈਨੂੰ ਕੋਈ ਰੁਕਾਵਟ ਪੈਣ ਲੱਗਦੀ ਹੈ, ਕੋਈ ਤੈਨੂੰ ਕਿਸੇ ਗੱਲ ਦੀ ਤਕਲੀਫ ਹੋਣ ਲੱਗਦੀ ਹੈ, ਮੈਂ ਤੇਰੇ ਨਾਲ ਖੜਦਾ, ਉਸ ਰੁਕਾਵਟ ਨੂੰ ਪਾਸੇ ਕਰਕੇ ਤੈਨੂੰ ਤੇਰੀ ਮੰਜ਼ਿਲ ਤੱਕ ਪਹੁੰਚਾ। ਖੈਰ ਜਪ ਦਾ ਦੂਸਰਾ ਰਸਤਾ ਹੈ ਉਹ 500, ਫਿਰ ਬੁੱਲ ਹਿਲਦੇ ਨੇ, ਜਵਾਨ ਆਵਾਜ਼ ਜਿਹੜੀ ਆ ਉਹ ਥੰਮ ਜਾਂਦੀ ਹੈ। ਫਿਰ ਜਿਹੜੇ ਇਸ ਤੋਂ ਵੀ ਅੱਗੇ ਲੰਘ ਜਾਂਦੇ ਆ, ਮਾਨਸ ਮਾਨਿਆ, ਮਨ ਤੱਕ ਪਹੁੰਚ ਜਾਂਦੇ ਆ। ਉਹਨਾਂ ਦੀ ਨਾ ਹੁਣ ਆਵਾਜ਼ ਹੈ, ਨਾ ਸ਼ਬਦ ਹੈ, ਨਾ ਬੁੱਲ ਹਿਲ ਰਿਹਾ, ਮਨ ਹੀ ਮਨ 'ਚ ਚੱਲ ਰਿਹਾ। ਗੁਰਮੁਖ ਰੋਮ ਰੋਮ ਹਰ ਜਾ, ਅੰਦਰ ਸੁਣਨ ਬਾਹਰ ਸੁਣਨ। ਉਹਨਾਂ ਦੇ ਹੁਣ ਊਠਤ ਬੈਠਤ ਸੋਵਤ ਨਾਮ, ਜਿਹਦੇ ਸੌਂਦਿਆਂ ਵੀ ਚੱਲ ਰਿਹਾ। ਇਹ ਤੀਸਰਾ ਰਸਤਾ ਹੈ। ਤੇ ਚਲੋ ਇਸੇ ਰਸਤੇ ਤੇ ਚੱਲਦਾ ਚੱਲਦਾ ਜਿਹਨੇ ਇਸ ਅਭਿਆਸ ਨੂੰ ਪੱਕਾ ਕਰ ਲਿਆ, ਮਨਮਈ ਕੋਸ਼ ਤੋਂ ਅੱਗੇ ਗਿਆਨਮਈ ਕੋਸ਼ ਤੇ ਚਲੇ ਗਏ, ਆਨੰਦਮਈ ਕੋਸ਼ ਤੇ ਚਲੇ ਗਏ, ਨਾਭੀ ਤੱਕ ਚਲੇ ਗਏ, ਨਾਭੀ ਤੋਂ 10 ਦੁਆਰਾ। ਜਿਹੜੇ ਇਸ ਸਫ਼ਰ 'ਚ ਰੁਕੇ ਨਹੀਂ, ਗੁਰੂ ਦੇ ਸ਼ਬਦ ਨੂੰ, ਗੁਰੂ ਨੂੰ ਨਾਲ ਨਾਲ ਲੈ ਕੇ ਤੁਰਦੇ ਰਹੇ, ਉਹ ਪਰਮਾਤਮਾ ਤੱਕ ਪਹੁੰਚ ਗਏ। ਨਹੀਂ ਬਹੁਤੀ ਵਾਰ ਲੋਕ ਮੰਤਰਾਂ ਦੇ ਚੱਕਰ 'ਚ ਉਲਝ ਗਏ, ਮੈਂ ਕਿਹੜੇ ਵੇਲੇ ਕਿੰਨੇ ਵਜੇ ਕਿਹੜਾ ਮੰਤਰ ਜਪਾਂ। ਕੋਈ ਦੁੱਖ ਤੇ ਤਕਲੀਫ ਆ ਗਈ, ਉਹਦਾ ਮੰਤਰ ਆ ਜੀ। ਕੋਈ ਕੋਰਟ ਕਚਹਿਰੀ ਦਾ ਮੁਕੱਦਮਾ, ਉਹਦਾ ਮੰਤਰ ਆ ਜੀ। ਪੁੱਤਰ ਧੀ ਚਾਹੀਦੀ, ਉਹਦਾ ਮੰਤਰ ਆ ਜੀ। ਜੇ ਕੋਈ ਹੋਰ ਮਨਸ਼ਾ, ਉਹਦਾ ਮੰਤਰ ਆ ਜੀ। ਮਾਇਆ ਚਾਹੀਦੀ, ਉਹਦਾ ਮੰਤਰ ਆ। ਸਾਨੂੰ ਉਹ ਡਿਪਾਰਟਮੈਂਟ, ਜਿਵੇਂ ਸਰਕਾਰਾਂ ਵਿੱਚ ਡਿਪਾਰਟਮੈਂਟ ਵੱਡੇ ਹੁੰਦੇ ਆ, ਐਂ ਰੱਬ ਦੇ ਘਰ ਵਿੱਚ ਵੀ ਵੰਡ ਦਿੰਦੇ। ਪਰ ਜਿਹੜਾ ਜਪ ਸਾਨੂੰ ਸਤਿਗੁਰਾਂ ਨੇ ਬਖਸ਼ਿਆ, ਬਾਕਮਾਲ ਹੈ। ਇਹੋ ਜੀ ਮਿਸਾਲ, ਐਗਜ਼ਾਮਪਲ ਕਿਤੇ ਵੀ ਨਹੀਂ, ਜਿਹਨੂੰ ਇੱਕ ਜਪ ਨੂੰ ਜਪ ਕੇ ਹੀ ਸਾਰੇ ਮਸਲਿਆਂ ਦਾ ਹੱਲ ਹੁੰਦਾ। ਉਹ ਜਪ ਸਾਨੂੰ ਅਹਿਸਾਸ ਕਰਾ ਕੇ ਚੱਲਿਆ ਵੀ ਜਿਹੜਾ ਹੁਣ ਤੂੰ ਜਪ ਕਰਨ ਲੱਗਿਆ, ਧਿਆਨ ਇੱਕ ਓੰਕਾਰ ਤੇ ਰੱਖੀ। ਇੱਕ ਦੀ ਉਪਾਸਨਾ ਕਰਨੀ ਹੈ, ਇੱਕ ਨਾਲ ਜੁੜਨਾ, ਇੱਕ ਨੂੰ ਧਿਆਉਣਾ, ਇੱਕ ਨੂੰ ਕਮਾਉਣਾ, ਇੱਕ ਨੂੰ ਜਪਣਾ, ਇੱਕ ਨੂੰ ਸੁਣਨਾ, ਇੱਕ ਨੂੰ ਰਤਨਾ। ਇੱਕ ਬਿਨਾਂ ਦੂਸਰਾ ਹੈ ਕੋਈ ਨਹੀਂ। ਇੱਕ ਓੰਕਾਰ ਤੋਂ ਸ਼ੁਰੂ ਕਰਕੇ ਦੱਸ ਦਿੱਤਾ, ਫਿਰ ਵੀ ਉਹ ਆਦਿ ਸੱਚ ਜੁਗਾਦ ਸੱਚ ਹੈ, ਮਿਲਣਾ ਗੁਰ ਪ੍ਰਸਾਦ ਨਾਲ। ਤੇ ਇਸ ਜਪ ਨੂੰ ਜਪਣ ਵਾਲੇ ਇਸ ਗੱਲ ਨੂੰ ਧਿਆਨ ਵਿੱਚ ਰੱਖਣ, ਹੁਕਮ ਰਜਾਈ ਚੱਲਣਾ। ਨਾਨਕ ਲਿਖਿਆ ਨਾਲ, ਹੁਕਮ ਵਿੱਚ ਚੱਲਣਾ ਜ਼ਰੂਰੀ ਹੈ। ਹੁਕਮ ਵਿੱਚ ਚੱਲਣ ਵਾਲੇ ਬਾਬੇ ਲੈਣੇ ਤੋਂ ਗੁਰੂ ਅੰਗਦ ਸਾਹਿਬ ਬਣ ਜਾਂਦੇ। ਹੁਕਮ ਵਿੱਚ ਚੱਲਣ ਵਾਲੇ ਬਾਬੇ ਅਮਰਦਾਸ ਤੋਂ ਧੰਨ ਗੁਰੂ ਅਮਰਦਾਸ ਬਣ ਜਾਂਦੇ ਆ। ਹੁਕਮ ਰਜਾ ਵਿੱਚ ਚੱਲਣ ਵਾਲਾ ਬਾਬਾ ਜੇਠਾ ਅਨਾਥ ਯਤੀਮ ਸੋਢੀ ਸੁਲਤਾਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚਾ ਪਾਤਸ਼ਾਹ ਬਣ ਜਾਂਦਾ ਹੈ। ਹੁਕਮ ਵਿੱਚ ਚੱਲਣ ਵਾਲੇ ਦੋ ਭਰਾ ਫੇਲ ਹੁੰਦੇ ਨੇ, ਹੁਕਮ ਨਹੀਂ ਮੰਨਦੇ, ਤੇ ਸਭ ਤੋਂ ਛੋਟਾ ਭਰਾ ਹੁਕਮ ਮੰਨ ਜਾਂਦਾ ਹੈ, ਅਰਜਨ ਦੇਵ। ਉਹ ਗੁਰ ਅਰਜਨ ਸੱਚ ਸਿਰਜਣਹਾਰਾ ਬਣ ਜਾਂਦਾ। ਹੁਕਮ ਰਜਾਈ ਚੱਲਣਾ, ਜਿਹੜਾ ਸਾਨੂੰ ਜਪ ਦਿੱਤਾ ਉੱਥੇ ਹੁਕਮ ਮੰਨਣਾ ਜ਼ਰੂਰੀ ਹੈ। ਹੁਕਮ ਤੋਂ ਬਿਨਾਂ ਨਹੀਂ। ਹੁਕਮ ਮੰਨ ਕੇ ਫਿਰ ਸੁਣਨ ਤੋਂ ਬਾਅਦ ਮੰਨਣ ਦੀ ਗੱਲ ਕੀਤੀ। ਮੰਨਣ ਤੋਂ ਬਾਅਦ ਅਮੁੱਲ ਦੀਆਂ ਗਲੀਆਂ ਵਿੱਚੋਂ ਲੰਘੇ। ਅੰਤ ਨਾ ਸਿਮਤੀ ਕਹਿਣ ਨਾ ਅੰਤ, ਇਹਨਾਂ ਗਲੀਆਂ ਚੋਂ ਲੰਘੇ। ਇਹਨਾਂ ਗਲੀਆਂ ਚੋਂ ਲੰਘਦੇ ਲੰਘਦੇ ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਜਿੱਤ ਬੈ ਸਰਬ ਸੰਭਾਲੇ, ਸੋ ਦਰ ਤੇ ਪਹੁੰਚ ਗਏ। ਫਿਰ ਗੁਰੂ ਨੇ ਇੱਥੇ ਵੀ ਨਹੀਂ ਛੱਡਿਆ। ਸਤਿਗੁਰੂ ਇੱਥੋਂ ਸਾਨੂੰ ਫਿਰ ਨਾਲ ਲੈ ਕੇ ਤੁਰੇ। ਕਿਤੇ ਕਰਮਖੰਡ ਆਇਆ,
ਕਿਤੇ ਸਰਬਖੰਡ ਆਇਆ, ਕਿਤੇ ਗਿਆਨ ਖੰਡ ਆਇਆ, ਕਿਤੇ ਧਿਆਨ ਖੰਡ ਆਇਆ। ਉਹਨਾਂ ਖੰਡਾਂ ਵਿੱਚੋਂ ਸਾਨੂੰ ਕੱਢ ਕੇ ਸੱਚ ਖੰਡ ਵਸੈ ਨਿਰੰਕਾਰ ਤੱਕ ਲੈ ਗਿਆ। ਕਿੱਡੇ ਕਮਾਲ ਦਾ ਜਪ ਹੈ। ਪਾਤਸ਼ਾਹ ਕਹਿੰਦੇ ਇਹ ਜਪ ਕਰਨ ਵਾਲੇ ਇੱਕ ਗੱਲ ਹੋਰ ਧਿਆਨ ਨਾਲ ਸੁਣ ਕੇ ਜਾਈ, ਜਿਨ੍ਹਾਂ ਨੇ ਇਹ ਜਪ ਕੀਤਾ, ਇਸ ਜਪ ਨਾਲ ਜੁੜ ਗਏ, ਫਿਰ ਉਹ ਤਾਂ ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਦੇ ਮੁਖ ਉਜਲੇ ਕੀਤੀ ਛੁੱਟੀ ਨਾ। ਕੋਈ ਇਸ ਮਸਕਤ, ਇਸ ਘਾਲਣਾ ਨੂੰ ਘਾਲ ਕੇ ਆਪ ਤਾਂ ਤਰ ਹੀ ਗਏ ਕੀਤੀ ਛੁੱਟੀ ਨਾਲ। ਜਿਨ੍ਹਾਂ ਨੇ ਉਹਨਾਂ ਦੀ ਸੰਗਤ ਕੀਤੀ ਉਹ ਵੀ ਤਰ ਗਏ। ਇੰਨੀ ਤਾਕਤ ਇਸ ਜਪ ਵਿੱਚ ਹੈ। ਬ੍ਰਹਮ ਗਿਆਨ ਦੀ ਅਵਸਥਾ ਮਿਲ ਗਈ। ਜਪਜੀ ਸਾਹਿਬ ਬੜੀ ਵਡਮੁੱਲੀ ਦਾਤ ਹੈ ਜੀ ਪ੍ਰਮਾਤਮਾ ਨੇ ਧੰਨ ਗੁਰੂ ਨਾਨਕ ਸਾਹਿਬ ਦਾ। ਜਿੰਨਾ ਧੰਨਵਾਦ ਕਰੋ, ਜਿੰਨਾ ਸ਼ੁਕਰਾਨਾ ਕਰੋ, ਉਨਾ ਥੋੜਾ ਹੈ। ਇਹ ਉਹ ਜਪਜੀ ਸਾਹਿਬ ਹੈ ਜਿਹਨੂੰ ਗੁਰੂ ਨਾਨਕ ਸਾਹਿਬ ਕਰਤਾਰਪੁਰ 18 ਸਾਲ ਆਪ ਵੀ ਜਪਜੀ ਸਾਹਿਬ ਦਾ ਪਾਠ ਕਰਦੇ। ਉਹ ਜਪਜੀ ਸਾਹਿਬ ਜਦੋਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ, 5 ਦਿਨ ਤਸੀਹੇ ਦਿੱਤੇ ਗਏ, ਰਾਵੀ ਦੇ ਵਿੱਚ ਰੋੜਨ ਲਈ ਲਿਜਾ ਰਹੇ ਨੇ। ਮਹਾਰਾਜ ਸਾਹਿਬ ਨੇ ਜੋਤੀ ਜੋਤ ਰਲਣ ਤੋਂ ਪਹਿਲਾਂ ਜਪਜੀ ਸਾਹਿਬ ਦਾ ਪਾਠ ਕੀਤਾ। ਉਹ ਜਪਜੀ ਸਾਹਿਬ ਜੀ ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਧੜ ਤੋਂ ਵੱਖਰਾ ਕਰਨ ਲਈ ਜਲਾਦ ਤਿਆਰ ਹੈ। ਅੰਤਮ ਇੱਛਾ ਪੁੱਛੀ ਗਈ। ਮਹਾਰਾਜ ਕਹਿੰਦੇ ਇਸ਼ਨਾਨ ਕਰਨਾ ਤੇ ਜਪਜੀ ਸਾਹਿਬ ਦਾ ਪਾਠ ਕਰਨਾ। ਉਹ ਕੂਈ ਸੀਸਗੰਜ ਸਾਹਿਬ ਜਿੱਥੇ ਇਸ਼ਨਾਨ ਕੀਤਾ ਤੇ ਉਹ ਥੜਾ ਜਿੱਥੇ ਬੈਠ ਕੇ ਜਪਜੀ ਸਾਹਿਬ ਦਾ ਪਾਠ ਕੀਤਾ, ਫਿਰ ਤਲਵਾਰ ਚਲਾਈ। ਉਹ ਜਪਜੀ ਸਾਹਿਬ ਜਿਹਨੂੰ ਸ਼ਹੀਦ ਹੋਣ ਤੋਂ ਪਹਿਲਾਂ ਭਾਈ ਮਤੀ ਦਾਸ ਜੀ ਪੜ੍ਹਦੇ ਨੇ, ਸ਼ਹੀਦ ਹੋਣ ਤੋਂ ਪਹਿਲਾਂ ਭਾਈ ਸਤੀ ਦਾਸ ਜੀ ਪੜ੍ਹਦੇ ਨੇ, ਬਾਬਾ ਦਿਆਲਾ ਜੀ ਪੜ੍ਹਦੇ ਨੇ, ਭਾਈ ਸਾਹਿਬ ਭਾਈ ਮਨੀ ਸਿੰਘ ਸ਼ਹੀਦ ਹੋਣ ਤੋਂ ਪਹਿਲਾਂ ਜਪਜੀ ਸਾਹਿਬ ਦਾ ਪਾਠ ਕਰਦੇ ਨੇ, ਬਾਬਾ ਬੰਦਾ ਸਿੰਘ ਬਹਾਦਰ ਸ਼ਹੀਦ ਹੋ ਰਹੇ ਨੇ, ਜਪਜੀ ਸਾਹਿਬ ਦਾ ਪਾਠ ਚੱਲ ਰਿਹਾ ਹੈ। ਇਹ ਬ੍ਰਹਮ ਗਿਆਨ ਦੀ ਦਾਤੀ ਹੈ। तो सतगुरु पातशाह ने महान मेहरबानी करके सानू ये जप दिता। पातशाह कहते ये जप जप, इस जप तो बाद फिर जाप है। ਉਹਦੇ ਵਿੱਚ ਪਰਮਾਤਮਾ ਨੂੰ ਨਮਸਕਾਰਾਂ, ਨਮਸਤੰ ਅਕਾਲੇ, ਨਮਸਤੰ ਕਿਰਪਾਲੇ, ਨਮਸਤੰ ਅਰੂਪੇ, ਨਮਸਤੰ ਅਰੂਪੇ, ਕਿੰਨੀਆਂ ਨਮਸਕਾਰਾਂ 1100 ਦੇ ਕਰੀਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਨੇ 1100 ਵਾਰ ਪਰਮਾਤਮਾ ਨੂੰ ਪ੍ਰਣੋਤ ਕੀਤੀ। फिर एहसास होया भी दुकालक प्रणासी दयालक स्वरूपे सदा अंग संगे अभंगम पे पुते। फिर पातशाह कहते ये परमात्मा ये ना सोची भी जप करे मिलता है, बहुता तप करे मिलता है। कई बार जप भी अनंत तपस्या करे अहंकार, बहुती तपस्या बहुता जप करने वाले हंकारी हो जाते हैं। हंकार जरूरी नहीं पैसे का होवे, जप तप का भी हो जाता है, सेवा का भी हो जाता है, दान पुण्य कीते का भी हो जाता है। मैं इन्ना दान कर रहा। हंकार किसी भी चीज का होवे, हर जियो हंकार ना पावे, वेद भूख सुनावे, हंकार किसी भी गल का होवे, वो परमात्मा नूं, वो गुरु नूं चंगा नहीं लगता। महाराज कहते हंकार ना करी भी इन्ना जप तप है, मिलना उन्हें उन्होंने है जिहड़ा प्रेम करेगा। साच कहो सुन लियो सबे, जिन प्रेम की उधर ही प्रभ पाए। ਉਹਦੇ ਅੱਗੇ ਅਰਦਾਸਾਂ ਕਰੀ, ਹਮਰੀ ਕਰੋ ਹਾਥ ਦੇ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਹੁਕਮ ਨਹੀਂ ਚਲਾਉਣਾ। ਤੇ ਜੇ ਇਹ ਚਾਰ ਪੜਾ ਲੰਘ ਗਿਆ, ਫਿਰ ਤੇਰੀ ਜ਼ਿੰਦਗੀ ਦੇ ਵਿੱਚ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਫਿਰ ਆਨੰਦ ਵਰਤੇਗਾ। ਫਿਰ ਦੁਨੀਆ ਨੂੰ ਕਹੇਗਾ ਇਹ ਆਨੰਦ ਜਾਣਿਆ ਸਤਿਗੁਰ ਤੇ, ਮੈਂ ਇਹ ਆਨੰਦ ਗੁਰੂ ਤੋਂ ਭਾਈ ਪ੍ਰਾਪਤ ਕੀਤਾ ਹੈ। आनंद सुनो बड़ भागियो सगल मनोरथ पूरे। आओ दुनिया वाले तुसी भी आनंद की गल सुनो, तुसी बड़े कर्मां वाले हो, तुहानूं आनंद सुनने का सुभागा समा प्राप्त होया है। ते मैं भी 19 साल गुरु अमरदास कहते यात्रा तीर्थां दी कर रहा था, पर आनंद नहीं सी मिलिया जिहड़ा आनंद गुरु घर दे विच आके मिलिया। तो महाराज साहब कहते आ इस दुनिया के बड़े देवी देवते पीर पैगंबर साधक साधक आए, उन्होंने जप तप दे बड़े साधन अपनाए, पर परमात्मा तक नहीं पहुंच सके। नरक सुर्ग फिर अवतार, अनक तपस्या करे अहंकार हो, कोई फिर हंकारी हो के जप तपा दे अहंकार में ही दुनिया तो। जे कोई इन्ने क तप गए, इन्ने क खिंच गए, इन्ने क कर्म गए, जो कोई स्त्री सामने उन्होंने श्राप दे दिता, किसी तो कोई गलती होगी उन्होंने श्राप दे दिता,
ਕਿਸੇ ਤੋਂ ਕੋਈ ਮਰਿਆਦਾ ਚੁੰਨੀ ਕੀ ਹੋ ਗਈ, ਉਹਨੂੰ ਸ਼ਰਾਪ ਦੇ ਦਿੱਤਾ। ਉਹ ਹੰਕਾਰ ਜਪਦਾ ਹੀ ਹੰਕਾਰ ਇੰਨਾ ਹੋ ਗਿਆ ਕਿ ਦੁਨੀਆ ਦਾ ਬੁਰਾ ਭਲਾ ਕਰਨ ਵਿੱਚ ਲੱਗ ਗਏ, ਦੁਨੀਆ ਨੂੰ ਗਰਕ ਕਰਨ ਵਾਸਤੇ ਲੱਗ ਗਏ। ਦੁਨੀਆ ਦਾ ਜਦ ਕਿ ਇਹਨੇ ਜਪ ਤਪ ਨਾਲ ਦੁਨੀਆ ਦਾ ਭਲਾ ਹੋ ਸਕਦਾ ਸੀ ਜੇ ਕਰਨਾ ਚਾਹੁੰਦਾ। ਸਿੱਧ ਲੋਕ ਪਹਾੜਾਂ ਤੇ ਜਿਵੇਂ ਵੱਡੇ ਵੱਡੇ ਪਹਾੜ ਸਨ, ਪਹਾੜਾਂ ਤੇ ਉਹ ਬੈਠੇ ਸਨ, ਉਵੇਂ ਉਹਨਾਂ ਦੇ ਮਨ ਪਹਾੜਾਂ ਦੀ ਤਰ੍ਹਾਂ ਹੰਕਾਰੀ, ਵੱਡੇ ਵੱਡੇ ਹੰਕਾਰ ਦੇ ਟਿੱਬੇ ਅੰਦਰ ਬਣ ਗਏ। ਉਹ ਕਹਿੰਦੇ ਇਸ ਦੁਨੀਆ ਤੋਂ ਲੈਣਾ ਹੀ ਕੀ ਹੈ, ਜਦੋਂ ਕੋਈ ਲੋੜ ਪੈਂਦੀ ਆ ਫਿਰ ਲੋਕਾਂ ਦੇ ਘਰਾਂ 'ਚ ਹੀ ਮੰਗਣ ਆਉਂਦੇ ਆ। ਉਹਨੇ ਹੀ ਕੇ ਘਰ ਮੰਗਣ ਜਾਈ, ਗ੍ਰਸਤੀਆਂ ਦੇ ਮੰਗਣ ਜਾਂਦੇ, ਗ੍ਰਸਤੀਆਂ ਤੋਂ ਨਫ਼ਰਤ ਕਰ ਰਹੇ ਆ। ਕੋਈ ਚੇਲਾ ਬਾਲਕਾ ਬਣਾਉਣਾ ਹੈ, ਕੋਈ ਅੱਗੇ ਆਪਣੀ ਉਹਨਾਂ ਨੇ ਸੰਪਰਦਾ ਤੋਰਨੀ ਹੈ, ਉਹ ਕਿਸੇ ਗ੍ਰਸਤੀ ਤੋਂ ਬੱਚਾ ਲੈ ਕੇ ਆਉਂਦੇ ਆ ਨਾ, ਆਪ ਤੋਂ ਸਭ ਕੁਝ ਛੱਡ ਕੇ ਚਲੇ ਗਏ। ਪਰ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਪ੍ਰਾਪਤੀ ਨਹੀਂ, ਪਰਮਾਤਮਾ ਦਾ ਅੰਤ ਨਹੀਂ ਮਿਲਿਆ, ਪਰਮਾਤਮਾ ਤੱਕ ਪਹੁੰਚ ਨਹੀਂ ਹੋਈ। ਅਫਸੋਸ ਇਸ ਗੱਲ ਦਾ ਕਿ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰੱਖੋ। ਇੰਨੇ ਜਪ ਤਪ ਕਰਮ ਕਾਂਡ ਕਰਨ ਤੋਂ ਬਾਅਦ ਵੀ ਭਾਂਡਾ ਖਾਲੀ, ਘਰ ਪਰਿਵਾਰ ਛੱਡਣ ਤੋਂ ਬਾਅਦ ਵੀ ਘਰ ਪਰਿਵਾਰ ਵੀ ਛੱਡਿਆ, ਪਰਮਾਤਮਾ ਵੀ ਨਹੀਂ ਮਿਲਿਆ, ਦੀਨ ਗਵਾਇਆ ਦੁਨੀ ਸਿਓ, ਨਾ ਮਾਇਆ ਮਿਲੀ ਨਾ ਰਾਮ, ਨਾ ਮਾਇਆ ਮਿਲੀ ਨਾ ਪਰਮਾਤਮਾ। ਉਹ ਇਸ ਕਰਕੇ ਕਿਉਂਕਿ ਮਨ ਨੇ ਹੰਕਾਰ ਪੈਦਾ ਕਰ ਲਿਆ, ਮਨ ਹੰਕਾਰੀ ਹੋ ਗਿਆ, ਹਉਮੈ ਵਸ ਹੋ ਗਿਆ। ਉਹਨੇ ਪਰਮਾਤਮਾ ਦੇ ਨੇੜੇ ਲਿਜਾਣ ਦੀ ਬਜਾਏ ਦੂਰ ਕਰ ਦਿੱਤਾ। ਅੰਦਰ ਨਿਰੰਕਾਰ ਪੈਦਾ ਹੋਣ ਦੀ ਬਜਾਏ ਹੰਕਾਰ ਪੈਦਾ ਹੋ ਗਿਆ, ਜਿਹਨੇ ਪਰਮਾਤਮਾ ਨਾਲ ਬਣ ਨਹੀਂ ਦਿੱਤੀ। ਕਿਉਂਕਿ ਮਹਾਰਾਜ ਕਹਿੰਦੇ ਆ ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇਕ ਠਾਏ। ਹੰਕਾਰ ਤੇ ਪਰਮਾਤਮਾ ਦੇ ਨਾਮ ਦਾ ਵਿਰੋਧ ਹੈ ਆਪਸ ਵਿੱਚ। ਹੰਕਾਰ ਹੋਏਗਾ, ਪਰਮਾਤਮਾ ਦਾ ਨਾਮ ਨਹੀਂ ਹੋਏਗਾ। ਪਰਮਾਤਮਾ ਨਿਰੰਕਾਰ ਆ ਕੇ ਵਸ ਜਾਏਗਾ, ਉੱਥੇ ਹੰਕਾਰ ਨਹੀਂ ਹੋਏਗਾ। ਉੱਥੇ ਤਾਂ ਜਦੋਂ ਪਰਮਾਤਮਾ ਵਸ ਗਿਆ ਫਿਰ ਤਾਂ ਨਾਨਕ ਬਗੋਏ ਤੇ ਜਨ ਤੁਰਾ ਤੇਰੇ ਚਾਕਰਾਂ ਪਾਖਾ। ਫਿਰ ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਜਿਨ੍ਹਾਂ ਦੇ ਹਿਰਦਿਆਂ 'ਚ ਪਰਮਾਤਮਾ ਵਸ ਜਾਂਦਾ ਹੈ ਉਹ ਤਾਂ ਸੰਗਤਾਂ ਦੇ ਚਰਨਾਂ ਦੀ ਧੂੜ ਚੱਕ ਚੱਕ ਮੱਥੇ ਨੂੰ ਲਾਉਂਦੇ, ਵਾਰ-ਵਾਰ ਮੱਥਾ ਟੇਕਦੇ ਆ, ਨਮਸਕਾਰ ਕਰਦੇ ਆ, ਟਿਕਦੇ ਹੰਕਾਰ ਨਾ ਆ ਜਾਏ, ਜਿਨ੍ਹਾਂ ਦੇ ਅੰਦਰ ਕਿਣਕਾ ਵਸ ਜਾਏ। ਨਹੀਂ ਤਾਂ ਇਸ ਜਪ ਤਪ ਦੇ ਵਿੱਚ ਬੜੇ ਆਏ ਤੇ ਖਾਲੀ ਦੇ ਖਾਲੀ ਰਹਿ ਗਏ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਆ ਜਿਹੜਾ ਸਮਾਂ ਹੈ ਪੂਰੇ ਗੁਰੂ ਦੀ ਸੰਗਤ ਕਰਦਾ, ਪੂਰੇ ਗੁਰੂ ਤੋਂ ਪੂਰਾ ਨਾਮ ਲੈ ਕੇ, ਪੂਰਾ ਮੰਤਰ ਲੈ ਕੇ, ਪੂਰਾ ਸ਼ਬਦ ਲੈ ਕੇ, ਉਹਦੀ ਕਮਾਈ ਕਰਕੇ ਪਰਮਾਤਮਾ ਵਿੱਚ ਅਭੇਦ ਹੋਣ ਦਾ ਵਕਤ ਹੈ, ਪਰਮਾਤਮਾ ਨੂੰ ਮਿਲਣ ਦਾ ਸਮਾਂ ਹੈ। ਕਿਤੇ ਇਹੋ ਜਿਹੇ ਮੰਤਰਾਂ ਵਿੱਚ ਨਾ ਲੱਗ ਜਾਈ ਜਿਹੜੇ ਮੰਤਰ ਤੈਨੂੰ ਪਰਮਾਤਮਾ ਵਿੱਚ ਮਿਲਣ ਤੋਂ ਜਾਂ ਉਹਦੇ 'ਚ ਅਭੇਦ ਹੋਣ ਤੋਂ ਕੋਈ ਰੁਕਾਵਟ ਖੜੀ ਕਰ ਦੇਣ। ਹੋ ਸਕਦਾ ਮੰਤਰਾਂ ਦਾ ਜਾਪ ਕਰਕੇ ਪੈਸਾ ਆ ਜਾਏ, ਮੰਤਰਾਂ ਦਾ ਜਾਪ ਕਰਕੇ ਦੁਨਿਆਵੀ ਸੁੱਖ ਆ ਜਾਏ, ਮੰਤਰਾਂ ਦਾ ਜਾਪ ਕਰਕੇ ਦੁਨੀਆ ਦੇ ਐਸ਼ੋ ਇਸ਼ਰਤ ਸਾਧਨ ਮਿਲ ਜਾਣ, ਮੰਤਰਾਂ ਦੇ ਜਾਪ ਕਰਕੇ ਰਿੱਧੀਆਂ ਸਿੱਧੀਆਂ ਵੀ ਆ ਜਾਂਦੀਆਂ ਨੇ, ਪਰ ਰਿੱਧੀਆਂ ਸਿੱਧੀਆਂ ਪਰਮਾਤਮਾ ਨਹੀਂ। ਪਹਿਲੀ ਸਟੇਜ ਕਹਿੰਦਾ ਬਹੁਤ ਛੋਟੀਆਂ ਚੀਜ਼ਾਂ ਨੇ, ਬਹੁਤ ਦੁਨੀਆ ਇੱਥੇ ਉਲਝ ਜਾਂਦੀ ਹੈ ਕਿਉਂਕਿ ਰਿੱਧ ਸਿੱਧ ਨਾਵਾ ਕੀ ਗੋਲੀ, ਜਿਹੜਾ ਕਿਸੇ ਸ਼ਬਦ ਦੀ ਕਮਾਈ ਕਰੇਗਾ ਰਿੱਧੀਆਂ ਸਿੱਧੀਆਂ ਗੋਲੀਆਂ ਬਣ ਕੇ ਆਉਣਗੀਆਂ। ਪਰ ਅਸੀਂ ਰੁਕਣਾ ਨਹੀਂ, ਅਸੀਂ ਜਿੱਥੋਂ ਆਈਆਂ ਨੇ, ਜਿਹਦੇ ਹੁਕਮ ਚੋਂ ਰਿੱਧੀਆਂ ਸਿੱਧੀਆਂ ਆਈਆਂ ਸੀ ਉਸ ਦਾਤੇ ਕੋਲ, ਅਸੀਂ ਦਾਤਾਂ ਨਾਲ ਨਹੀਂ ਜੁੜਨਾ, ਅਸੀਂ ਦਾਤੇ ਨਾਲ ਜੁੜਨਾ। ਸਨਾਤਨ ਮਤ ਦੇ ਅੰਦਰ ਤਾਂ ਮੰਤਰਾਂ ਦੀ ਇੰਨੀ ਮਹਾਨਤਾ ਹੈ, ਜੇ ਉਹਨਾਂ ਤੇ ਕਿਸੇ ਨੇ ਸ਼ਸਤਰ ਨਾਲ ਹਮਲਾ ਕੀਤਾ ਨਾ, ਉਹ ਉਦੋਂ ਵੀ ਮਾਲਾ ਚੱਕ ਕੇ ਬੈਠ ਗਏ ਕਿ ਵੀ ਇਹ ਮੰਤਰਾਂ ਨਾਲ ਹੀ ਇਹਨਾਂ ਤੋਪਾਂ ਦੇ ਮੂੰਹ ਮੋੜ ਦਿਆਂਗੇ, ਮੰਤਰਾਂ ਨਾਲ ਇਹਨਾਂ ਦੀਆਂ ਬੰਦੂਕਾਂ ਨਹੀਂ ਚੱਲਣਗੀਆਂ, ਮੰਤਰਾਂ ਨਾਲ ਇਹ ਸਾਰੇ ਅੰਨੇ ਹੋ ਜਾਣਗੇ, ਸਾਡੇ ਤੇ ਅਸਰ ਕੋਈ ਨਹੀਂ ਹੋਏਗਾ। ਉਦੋਂ ਅਗਲੇ ਤੋਪਾਂ ਮੀੜ ਕੇ ਆ ਰਹੇ ਆ ਤੇ ਇਹ ਮਾਲਾ ਚੱਕ ਕੇ ਬੈਠ ਗਏ ਹਿੰਦੁਸਤਾਨ ਦੇ ਧਰਮੀ ਲੋਕ। ਪਰ ਮਹਾਰਾਜ ਕਹਿੰਦੇ ਕੋਈ ਮੁਗਲ ਨਾ ਹੋਆ ਅੰਦਾ ਕਿਨੇ ਨਾ ਪਰਚਾ ਲਾਇਆ। ਮੁਗਲ ਪਠਾਣਾ ਪਈ ਲੜਾਈ, ਰਣ ਮੈਂ ਤੇਗ ਵਗਾਈ, ਓਨੀ ਤੁਮ ਤਾਣ ਚੜਾਈ। ਅਗਲਿਆਂ ਨੇ ਤੋਪਾਂ ਮੀੜ ਲਈਆਂ, ਗੋਲੀਆਂ ਚਲਾਈਆਂ, ਬੰਦੂਕਾਂ ਰਫਲਾਂ ਨਾਲ ਹਮਲੇ ਕੀਤੇ ਤੇ ਇੱਥੇ ਮੰਤਰ ਪੜੇ ਜਾ ਰਹੇ, ਪਰ ਉਹ ਮੰਤਰਾਂ ਦਾ ਅਸਰ ਕੋਈ ਨਹੀਂ ਹੋਇਆ। ਜੇ ਕਿਤੇ ਉਹ ਸ਼ਸਤਰ
ਸ਼ਾਸਤਰ ਦੀ ਜਗ੍ਹਾ ਹੱਥ ਵਿੱਚ ਸ਼ਾਸਤਰ ਫੜਿਆ ਹੁੰਦਾ ਤੇ ਉਹਨਾਂ ਦੇ ਇੰਨੇ ਮਾੜੇ ਹਾਲਾਤ ਨਹੀਂ ਸੀ ਹੋਣੇ ਜਿਹੜੇ ਐਮਨਾਬਾਦ ਦੀ ਧਰਤੀ ਤੇ ਹੋਏ। ਪਰ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਸ਼ਾਸਤਰ ਵੀ ਦਿੱਤਾ ਤੇ ਸ਼ਸਤਰ ਵੀ ਦਿੱਤਾ। ਮਹਾਰਾਜ ਕਹਿੰਦੇ ਜਦੋਂ ਮੈਦਾਨਾਂ ਜੰਗ ਹੈ ਉੱਥੇ ਮੰਤਰ ਨਹੀਂ, ਅਰਦਾਸ ਕਰਕੇ ਜਾਈ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਕਿ ਮੈਦਾਨੇ ਜੰਗ ਵਿੱਚ ਚੱਲਿਆ ਫਤਿਹ ਯਾਬ ਹੋ ਕੇ ਨਿਕਲਾਂ ਜਾਂ ਸ਼ਹਾਦਤ ਦਾ ਜਾਮ ਪਾ ਕੇ ਵਾਪਸ ਆਵਾਂ। ਜਿਉਂਦੇ ਜੀ ਨਹੀਂ, ਅਰਦਾਸ ਕਰਕੇ ਜ਼ਰੂਰ ਜਾਣਾ, ਪਰ ਉੱਥੇ ਹੱਥ ਵਿੱਚ ਸ਼ਸਤਰ ਹੋਵੇ। ਤੇ ਜਦੋਂ ਕੋਈ ਵਿਚਾਰ ਕਰਨ ਆ ਰਿਹਾ ਹੈ ਉਦੋਂ ਸ਼ਸਤਰ, ਉਦੋਂ ਧਾਰਮਿਕ ਗ੍ਰੰਥ, ਕਿਸੇ ਵੀ ਗ੍ਰੰਥ ਦਾ ਕੋਈ ਹਵਾਲਾ। ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਵੱਡੇ ਵਿਦਵਾਨ ਪੰਡਤ ਬੁਲਾਣੇ ਮਿਲੇ, ਉਹਨਾਂ ਨੇ ਵਿਚਾਰ ਚਰਚਾ ਕੀਤੀ, ਉਹਨਾਂ ਕੋਲੇ ਆਪਣੇ ਵੇਦ ਸ਼ਸਤਰ ਗ੍ਰੰਥ ਸਨ ਤੇ ਸਤਿਗੁਰੂ ਪਾਤਸ਼ਾਹ ਦੇ ਕੱਛ ਵਿੱਚ ਜਿਹੜੀ ਉਹ ਗੁਰਬਾਣੀ ਦੀ ਪੋਥੀ ਉਹ ਹਰ ਵੇਲੇ ਨਾਲ ਰੱਖਦੇ ਆ ਤੇ ਇੱਕ ਪੋਥੀ ਤੋਂ ਉਹਨਾਂ ਸੈਂਕੜੇ ਗ੍ਰੰਥਾਂ ਦਾ ਜਵਾਬ ਦੇ ਦਿੰਦੇ ਤੇ ਅਗਲੇ ਹਾਰ ਵੀ ਮੰਨਦੇ ਆ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜਪ ਕਰਨਾ ਮਾੜਾ ਨਹੀਂ, ਤਪ ਕਰਨਾ ਮਾੜਾ ਨਹੀਂ, ਪਰ ਗੁਰਮਤਿ ਅਨੁਸਾਰ ਹੋਵੇ, ਆਪਣੀ ਮਤ ਅਨੁਸਾਰ ਨਾ ਹੋਵੇ। ਤਨ ਨੂੰ ਦਬਾ ਕੇ ਪ੍ਰਮਾਤਮਾ ਕੀ ਮਿਲਿਆ? ਤਨ ਨੂੰ ਬਾਬਾ ਫਰੀਦ ਸਾਹਿਬ ਕਹਿੰਦੇ ਤੰਦੂਰ ਵਿੱਚ ਜਿਵੇਂ ਲੱਕੜਾਂ ਲਾਈਆਂ ਜਾਂਦੀਆਂ, ਜੇ ਇਹ ਤਨ ਨੂੰ ਤਪਾ ਕੇ ਤੰਦੂਰ ਦੀ ਤਰ੍ਹਾਂ ਇਹਨਾਂ ਹੱਡੀਆਂ ਨੂੰ ਬਾਲਣ ਬਣਾ ਕੇ ਤੂੰ ਦਿਨ ਰਾਤ ਕਸ ਦਵੇਂ, ਸਾੜੇ ਤੇ ਐ ਰੱਬ ਥੋੜਾ ਮਿਲਦਾ। ਉਹਦਾ ਪ੍ਰੇਮ ਭਾਵਨਾ ਦਾ ਭੁੱਖਾ ਹੈ, ਗੋਬਿੰਦ ਭਾਉ ਭਗਤ ਦਾ ਭੁੱਖਾ। ਉਹਦਾ ਪ੍ਰੇਮ ਕਰਨ ਵਾਲਿਆਂ ਨੂੰ, ਸਨੇਹ ਰੱਖਣ ਵਾਲਿਆਂ ਨੂੰ ਮਿਲਦਾ ਹੈ ਤੇ ਇਹ ਤਾਂ ਹੀ ਪ੍ਰਾਪਤੀ ਹੋਏਗੀ, ਤਾਂ ਇਹ ਗੱਲਾਂ ਦਾ ਪਤਾ ਲੱਗੇਗਾ ਜੇ ਅਸੀਂ ਸ਼ਬਦ ਨਾਲ ਜੁੜਾਂਗੇ, ਸ਼ਬਦ ਦੀ ਵਿਚਾਰ ਨਾਲ ਜੁੜਾਂਗੇ, ਸ਼ਬਦ ਨੂੰ ਸੁਣਾਂਗੇ, ਸ਼ਬਦ ਨੂੰ ਮੰਨਾਂਗੇ। ਕਮਾਵੇਂ ਸਵਾਮੀ ਦਇਆਨੰਦ ਹੋਇਆ ਨਾ, ਮੰਦਿਰ ਵਿੱਚ ਗਏ, ਸ਼ਿਵਰਾਤਰੀ ਦਾ ਦਿਨ, ਬੜੀ ਭੀੜ ਮੰਦਿਰ 'ਚ ਲੋਕਾਂ ਦੀ ਆਮਦ ਲੱਗੀ ਹੈ, ਕੋਈ ਕੁਛ ਚੜਾ ਰਿਹਾ, ਕੋਈ ਮਠਿਆਈ ਦੇ ਢੇਰ ਲੱਗੇ ਪਏ ਨੇ। ਸਵਾਮੀ ਦਇਆਨੰਦ ਚਾਰ ਚੁਫੇਰੇ ਦੇਖ ਰਿਹਾ ਤੇ ਇੱਕ ਚੂਹਾ ਆਇਆ, ਉਹ ਮਠਿਆਈ ਚੱਕ ਲਿਆ, ਉਹਨੇ ਝੂਠੀ ਕੀਤੀ ਜਾਂ ਖਾਧੀ। ਸਵਾਮੀ ਦਇਆਨੰਦ ਨੇ ਕਿਹਾ ਵੀ ਕੈਸਾ ਧਰਮ ਹੈ, ਤੇ ਇੱਥੇ ਤਾਂ ਚੂਹਿਆਂ ਤੋਂ ਅਸੀਂ ਸੇਫ ਨਹੀਂ ਆਪਣੇ ਆਪ ਨੂੰ ਰੱਖ ਸਕਦੇ, ਬਾਹਰ ਤਾਂ ਅੰਦਰ ਤਾਂ ਹੋਰ ਵੀ ਬੜੇ ਵਿਕਾਰ ਨੇ, ਉਹਨਾਂ ਤੋਂ ਕਿਵੇਂ ਬਚਾਂਗੇ? ਧਰਮ ਇੰਨਾ ਕੁ ਨਾਜ਼ੁਕ ਨਹੀਂ ਹੋਣਾ ਚਾਹੀਦਾ ਜਿਹੜਾ ਚੂਹੇ ਚੂਹਿਆਂ 'ਚ ਉਲਝਿਆ ਰਵੇ, ਇਸ ਤੋਂ ਅਗਲੀ ਗੱਲ ਨਾਲ ਜੁੜਨਾ ਚਾਹੀਦਾ। ਫਿਰ ਉਹਨੇ ਕਿਹਾ ਸਾਨੂੰ ਆਪਣੇ ਧਾਰਮਿਕ ਗ੍ਰੰਥਾਂ ਨੂੰ ਭੋਗਣਾ ਚਾਹੀਦਾ। ਫਿਰ ਉਹਨੇ ਬਹੁਤ ਵਿਦਿਆ ਹਾਸਲ ਕੀਤੀ, ਵਿਦਿਆ ਮਾਰਤੰਡ ਬਣਿਆ, ਬੜਾ ਵਿਦਵਾਨ ਬਣਿਆ। ਉਹ ਗੱਲ ਵੱਖਰੀ ਕਿ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਜਿਹੜਾ ਗਿਆਨ, ਨਾਮ ਬਿਨਾਂ ਸਭ ਕੂੜ, ਗਾਲੀ ਹੋਛੀਆਂ, ਪੜ ਗੱਡੀ ਲੱਦੀ ਹੈ, ਪੜ ਭਰੀ ਹੈ ਸਾਥ, ਨਾਨਕ ਬੇੜੀ ਪਾਈ ਹੈ। ਸਤਿਗੁਰੂ ਕਹਿੰਦੇ ਇੱਕ ਅੱਖਰ ਜੇ ਪ੍ਰਮਾਤਮਾ ਦਾ ਇਸ ਵਿਦਿਆ 'ਚ ਨਾ ਹੋਵੇ, ਉਹ ਹਉਮੈ ਚੱਕਣਾ ਝਾਕ ਹੀ ਉਹ ਸਾਰਾ ਕੁਝ ਬਣ ਜਾਂਦਾ ਹੈ। ਤੇ ਗਿਆਨੀ ਦਿੱਤ ਸਿੰਘ ਨੇ ਗੁਰੂ ਸਵਾਮੀ ਦਇਆਨੰਦ ਨੂੰ 3 ਵਾਰੀ ਹਰਾਇਆ, ਕਿਉਂਕਿ ਗਿਆਨੀ ਦਿੱਤ ਸਿੰਘ ਕੋਲ ਗਿਆਨ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਹੈ, ਗੁਰੂ ਦਾ ਗਿਆਨ ਹੈ, ਗੁਰੂ ਸ਼ਬਦ ਦਾ ਗਿਆਨ ਹੈ, ਪੂਰੇ ਦਾ ਗਿਆਨ ਹੈ, ਪ੍ਰਮਾਤਮਾ ਦਾ ਗਿਆਨ ਹੈ, ਬ੍ਰਹਮ ਦਾ ਗਿਆਨ ਹੈ। ਇੱਥੇ ਕਿਸੇ ਨਾਲ ਵਿਤਕਰਾ ਨਹੀਂ ਤੇ ਨਹੀਂ ਵੇਦਾਂ ਸ਼ਾਸਤਰਾਂ ਵਿੱਚ ਤਾਂ ਕਥਾ ਕਹਾਣੀ ਬੇਦੀ ਆਣੀ, ਪਾਪ ਪੁੰਨ ਵਿਚਾਰ, ਦੇ ਲੈਣਾ, ਲੈ ਦੇਣਾ, ਨਰਕ ਸੁਰਗ ਅਵਤਾਰ। ਉੱਥੇ ਤਾਂ ਕੋਈ ਨਰਕ ਸੁਰਗ ਦੀ ਗੱਲ ਕਰ ਰਿਹਾ, ਕੋਈ ਪੁੰਨ ਦਾਨ ਦੀ ਗੱਲ ਰਿਹਾ, ਕੋਈ ਊਚ ਨੀਚ ਦੀ ਗੱਲ ਕਰ ਰਿਹਾ, ਕੋਈ ਵੱਡੇ ਛੋਟੇ ਦੀ ਗੱਲ ਕਰ ਰਿਹਾ, ਕੋਈ ਆਪਣੇ ਪਰਾਏ ਦੀ ਗੱਲ ਕਰ ਰਿਹਾ। ਪਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵਿੱਚ ਸਭੇ ਸਾਂਝੀ ਵਾਲਸ ਦਾ ਹੈ, ਤੂੰ ਕੋਈ ਨਾ ਦੱਸਿਆ। ਇਹ ਤਾਂ ਅੰਮ੍ਰਿਤ ਬਾਣੀ ਤਤ ਬਖਾਣੀ, ਗਿਆਨ ਧਿਆਨ ਵਿੱਚ ਆਈ, ਗੁਰਮੁਖ ਆਖੀ ਗੁਰਮੁਖ ਜਾਤੀ, ਸੁਰਤੀ ਕਰਮ ਧਿਆਈ। ਗੁਰੂ ਗ੍ਰੰਥ ਸਾਹਿਬ ਦਾ ਏਕਤਾ ਦੀ ਲੜੀ ਵਿੱਚ ਪਰੋਂਦੇ ਨੇ ਸਭ ਨੂੰ। ਇੱਥੇ ਦਾ ਗੁਣਹੀਨ, ਕੋਈ ਅਪਰਾਧੀ, ਕੋਈ ਪਾਪੀ, ਪਖੰਡੀ, ਕੋਈ ਇੱਕ ਵਾਰੀ ਆ ਕੇ ਕਹਦੇ ਬਖਸ਼ ਲੋ ਤੁਹਾਡਾ, ਸਤਿਗੁਰੂ ਦੇ ਚਰਨਾਂ 'ਚ ਨਹੀਂ, ਉਹਨੂੰ ਆਪਣੇ ਗੱਲ ਨਾਲ ਲਾਉਂਦੇ। ਇਹ ਬਿਰਧ ਹੈ ਸਤਿਗੁਰੂ ਪਾਤਸ਼ਾਹ ਦਾ, ਇਹ ਸੁਭਾਅ ਹੈ ਸਤਿਗੁਰਾਂ ਦਾ। ਤਾਂ ਇਸ ਲਈ ਮਹਾਰਾਜ ਕਹਿੰਦੇ ਬੜੇ ਲੋਕ ਆਏ ਜਿਨ੍ਹਾਂ ਨੇ ਜਪ ਤਪ ਬੜਾ ਕੁਛ ਕੀਤਾ ਪਰ ਪਰਮਾਤਮਾ ਤੱਕ ਪਹੁੰਚ ਨਹੀਂ ਸਕੇ, ਕਿਉਂਕਿ ਕੋਈ ਮੰਤਰਾਂ 'ਚ ਉਲਝ ਗਿਆ, ਕੋਈ ਜਪ ਉਸ ਜਿਹੜਾ ਮੰਤਰ ਵੇਲੇ ਕੀ ਸਮਾਨ ਚਾਹੀਦਾ ਹੈ, ਕੀ ਸਮੱਗਰੀ, ਉਹਦੇ ਵਿੱਚ ਉਲਝ ਗਿਆ। ਕੋਈ ਮੰਤਰ ਕਿੱਥੇ ਬੈਠ ਕੇ ਕਰਨਾ, ਕੋਈ ਨਦੀ ਕਿਨਾਰੇ, ਕੋਈ ਜੰਗਲ ਵੇਲੇ, ਕੋਈ ਅੱਧੀ ਰਾਤ, ਕੋਈ ਕਬਰਸਤਾਨ ਕਿੱਥੇ ਕਰਨਾ ਹੈ, ਉਹ ਜਗ੍ਹਾ ਦੇ ਚੱਕਰ ਵਿੱਚ ਉਲਝ ਗਿਆ। ਕੋਈ ਲਿਬਾਸ ਮੈਂ ਉਸ ਵੇਲੇ ਕਿਹੋ ਜਿਹਾ ਪਾਉਣਾ, ਉਸ ਚੱਕਰ ਵਿੱਚ ਉਲਝ ਗਿਆ। ਮੈਂ ਉਹਨਾਂ ਦਿਨਾਂ 'ਚ ਖਾਣਾ ਕੀ ਆ, ਕੋਈ ਉਹਨਾਂ ਗੱਲਾਂ 'ਚ ਉਲਝ ਗਿਆ। ਬਾਹਰੀ ਕਰਮ
ਕਾਂਡਾਂ ਦੇ ਵਿੱਚ ਹੀ ਲੋਕ ਉਲਝ ਕੇ ਰਹਿ ਗਏ, ਪਰਮਾਤਮਾ ਤੱਕ ਕੋਈ ਪਹੁੰਚ ਨਹੀਂ ਸਕਿਆ। ਧੰਨ ਗੁਰੂ ਗ੍ਰੰਥ ਸਾਹਿਬ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿ ਰਿਹਾ, ਭਾਈ ਤੈਨੂੰ ਜਪ ਵੀ ਕਮਾਲ ਦਾ ਦਿੱਤਾ ਹੈ, ਤੈਨੂੰ ਜਾਪ ਵੀ ਕਮਾਲ ਦਾ ਦਿੱਤਾ ਹੈ, ਤੈਨੂੰ ਤਪ ਵੀ ਕਮਾਲ ਦਾ ਦਿੱਤਾ ਹੈ। ਬਸ ਗੁਰਮਤਿ ਅਨੁਸਾਰ, ਗੁਰਬਾਣੀ ਦੇ ਆਸ਼ੇ ਅਨੁਸਾਰ ਇਸ ਜਪ ਜਾਪ ਨੂੰ ਕਮਾਉਂਦਾ ਚੱਲ, ਇੱਕ ਦਿਨ ਸੱਚਖੰਡ ਵਸੈ ਨਿਰੰਕਾਰ ਤੱਕ ਤੂੰ ਪਹੁੰਚ ਜਾਏਗਾ, ਪਰਮਾਤਮਾ ਤੱਕ ਪਹੁੰਚ ਜਾਏਗਾ। ਤੇਰੀ ਮੰਜ਼ਿਲ ਵੀ ਇਹੀ ਹੋਣੀ ਚਾਹੀਦੀ ਹੈ। ਅਵਰੀ ਆਸ ਛੱਡ ਕੇ, ਪਰਾਈ ਆਸ ਛੱਡ ਕੇ, ਬਾਬਾ ਫਰੀਦ ਸਾਹਿਬ ਨੇ ਤਾਂ ਕਹਾ, ਫਰੀਦਾ ਬਾਹਰ ਪਰਾਇਆ ਬੈਸਣਾ ਸਾਈਂ ਮੁਝੇ ਨਾ ਦੇ, ਜੇ ਤੂੰ ਇਹ ਮੈਂ ਰੱਖ ਸੀ ਜਿਉ ਸ਼ਰੀਰੋਂ ਲੈ। ਸਤਿਗੁਰੂ ਜ਼ਿੰਦਗੀ ਘੱਟ ਦੇ ਨਹੀਂ, ਪਰਮਾਤਮਾ ਪਰ ਪਰਾਇਆਂ ਦੇ ਬਾਹਰ ਦੇ ਧੱਕੇ ਨਾ ਖਾਣ, ਕਿਸੇ ਹੋਰ ਦੇ ਅੱਗੇ ਝੋਲੀ ਨਾ ਫੜੀ ਪਵੇ। ਜੋ ਮੰਗਾ ਤੇਰੇ ਤੋਂ ਮੰਗਾ, ਸਭ ਕੁਝ ਮੇਰਾ ਤੂੰ ਹੈ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਵ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ ਤਾਂ ਭੋ ਕਿਹਾ ਦਾੜਾ ਜਿਓ। ਆਓ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਅੱਜ ਦੇ ਇਸ ਮੁਬਾਰਕ ਬਚਨ ਵਿੱਚ ਕੀ ਉਪਦੇਸ਼ ਕਰ ਰਹੇ ਹਨ, ਪਿਆਰ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਬ੍ਰਹਮਾਦਿਕ ਸਿਵ ਛੰਦ ਮੁਨੀਸ਼ਵਰ, ਰਸਕ ਰਸਕ ਠਾਕੁਰ ਗੁਣ ਗਾਵਤ। ਬ੍ਰਹਮਾਦਿਕ ਦਾ ਮਤਲਬ ਬ੍ਰਹਮਾ ਸਮੇਤ ਹੋਰ ਵੀ ਜਿੰਨੇ ਦੇਵੀ ਦੇਵਤੇ ਨੇ, ਬ੍ਰਹਮਾ ਜੀ ਔਰ ਉਹਨਾਂ ਦੇ ਨਾਲ ਹੋਰ ਵੀ ਦੇਵੀ ਦੇਵਤੇ, ਸਿਵ ਛੰਦ ਮੁਨੀਸਰ, ਭਾਵੇਂ ਵਿਸ਼ਨੂੰ ਭਗਵਾਨ ਹੋਣ, ਸ਼ਿਵ ਜੀ ਹੋਣ, ਰਿਸ਼ੀ ਮੁਨੀ ਹੋਣ, ਜਿੰਨੇ ਵੀ ਦੇਵੀ ਦੇਵਤੇ ਨੇ, ਰਸਕ ਰਸਕ ਠਾਕੁਰ ਗੁਣ ਗਾਵਤ। ਉਹ ਅਲੱਗ-ਅਲੱਗ ਮੰਤਰਾਂ ਦਾ ਰਸ ਲੈ ਲੈ ਕੇ ਉਹਦੇ ਗੁਣ ਗਾਉਂਦੇ ਨੇ, ਉਸ ਪਰਮਾਤਮਾ ਦੀ ਉਪਾਸਨਾ ਕਰ ਰਹੇ ਨੇ, ਉਸ ਪਰਮਾਤਮਾ ਤੱਕ ਪਹੁੰਚਣ ਦਾ ਹੀਲਾ ਕਰ ਰਹੇ ਨੇ, ਜ਼ੋਰ ਲਾ ਰਹੇ ਨੇ, ਸਾਧਨ ਅਪਣਾ ਰਹੇ ਨੇ। ਅਲੱਗ-ਅਲੱਗ ਮੰਤਰਾਂ ਦਾ ਰਸ ਲੈ ਕੇ, ਚਾਹੇ ਉਹ ਬ੍ਰਹਮਾ ਜੀ ਹੋਣ, ਸ਼ਿਵ ਜੀ ਹੋਣ, ਵਿਸ਼ਨੂੰ ਜੀ ਹੋਣ, ਹੋਰ ਵੀ ਜਿੰਨੇ ਦੇਵੀ ਦੇਵਤੇ ਉਹਨਾਂ ਨਾਲ, ਉਹ ਸਾਰੇ ਅਲੱਗ-ਅਲੱਗ ਮੰਤਰਾਂ ਦਾ ਰਸ ਲੈ ਕੇ ਰੱਬ ਦੇ ਗੁਣ ਗਾ ਰਹੇ ਹਨ। ਇੰਦਰ ਮੁਨਿੰਦਰ ਖੋਜ ਤੇ ਗੋਰਖ, ਧਰਨ ਗਗਨ ਆਵਤ ਫੁਨ ਧਾਵਤ। ਇੰਦਰ ਸਾਰੇ ਦੇਵਤਿਆਂ ਦਾ ਰਾਜਾ, ਮੁਨਿੰਦਰ ਵਿਸ਼ਨੂੰ ਜੀ, ਗੋਰਖ ਗੋਰਖਨਾਥ, ਇਹ ਵੀ ਸਾਰੇ ਉਸ ਪਰਮਾਤਮਾ ਨੂੰ ਧਰਨ ਗਗਨ, ਕੋਈ ਆਕਾਸ਼ 'ਚ ਲੱਭ ਰਿਹਾ, ਕੋਈ ਧਰਤੀ ਤੇ ਲੱਭ ਰਿਹਾ। ਬੜੇ ਯੋਗ ਸਾਧਨਾ ਦੇ ਬੜੇ ਤਰੀਕਿਆਂ ਨਾਲ ਆਵਤ ਫੁਨ ਧਾਵਤ, ਇਹ ਬੜੇ ਤਰੀਕਿਆਂ ਨਾਲ ਉਸ ਪਰਮਾਤਮਾ ਨੂੰ, ਕੋਈ ਆਕਾਸ਼ ਵੱਲ ਦੌੜ ਕੇ ਭੱਜਦਾ, ਕੋਈ ਧਰਤੀ ਵੱਲ ਦੌੜ ਕੇ ਭੱਜਦਾ, ਕੋਈ ਜੰਗਲਾਂ ਵੱਲ ਭੱਜਦਾ, ਕੋਈ ਕਿਤੇ ਭੱਜਦਾ ਵੀ ਰੱਬ ਸ਼ਾਇਦ ਇੱਥੇ ਮਿਲੇ, ਰੱਬ ਸ਼ਾਇਦ ਉੱਥੇ ਮਿਲੇ। ਇਹ ਸਾਰੇ ਇਹਨਾਂ ਚੱਕਰਾਂ ਵਿੱਚ ਉਲਝ ਕੇ ਉਸ ਪਰਮਾਤਮਾ ਨੂੰ ਲੱਭਣ ਦੀ ਯਤਨ ਕਰ ਰਹੇ ਹਨ। ਸਿੱਧ ਮਨੁੱਖ ਦੇਵ ਅਰ ਦਾਨਵ, ਇਕ ਦਿਲ ਤਾਕੋ ਮਰਮ ਨ ਪਾਵਤ। ਸਿੱਧ ਜਿਨ੍ਹਾਂ ਨੇ ਸਿੱਧੀਆਂ ਹਾਸਲ ਕੀਤੀਆਂ, ਸਾਡਾ ਵੀ ਅੱਜ ਕੋਈ ਦੁਨਿਆਵੀ ਤੌਰ ਤੇ ਕੋਈ ਕੰਮ ਰਾਸ ਆ ਰਿਹਾ, ਆਪਾਂ ਕਹਿੰਦੇ ਕੰਮ ਸਿੱਧ ਹੋ ਗਿਆ, ਇਹ ਸਾਡਾ ਕਾਰਜ ਸਿੱਧ ਹੋ ਗਿਆ। ਬੜੇ ਚਿਰ ਦੇ ਲੱਗੇ ਹੋਏ ਸੀ, ਕੋਈ ਕੰਮ ਸਿੱਧ ਹੋ ਜਾਏ, ਕਿਸੇ ਕਾਰਜ ਦੀ ਪੂਰਤੀ ਆਪਾਂ ਕਹਿੰਦੇ ਆ ਸਿੱਧੀ ਹੋ ਗਈ। ਜਿਹੜੇ ਸਿੱਧ ਲੋਕ ਸਿੱਧੀਆਂ ਹਾਸਲ ਕੀਤੀਆਂ, ਆਪ ਮਨੁੱਖ ਨੇ, ਮਨੁੱਖਿਆ, ਭਾਵੇਂ ਦੇਵਤੇ ਨੇ ਤੇ ਭਾਵੇਂ ਦਾਨਵ, ਰਾਖਸ਼ ਬਿਰਤੀ ਵਾਲੇ ਲੋਕ ਨੇ, ਦੇਵਤੇ ਹੋਣ ਭਾਵੇਂ ਦੈਤ ਹੋਣ, ਇੱਕ ਦਿਲ ਤਾਕੋ, ਮਰਮ ਦਾ ਅਰਥ ਹੁੰਦਾ ਭੇਦ। ਉਹਨਾਂ ਨੇ ਬੜੇ ਧਰਮ ਦੇ ਕਰਮ ਕਾਂਡ ਕੀਤੇ, ਲੋਕਾਂ ਨੂੰ ਭੁਲੇਖਾ ਪਾਇਆ, ਦਾਨ ਪੁੰਨ, ਵੱਡੇ ਵੱਡੇ ਯੱਗ ਕੀਤੇ, ਬਲੀਦਾਨ ਦਿੱਤੇ, ਕੁਰਬਾਨੀਆਂ ਦਿੱਤੀਆਂ, ਅਸਵੇਤ ਜਗ ਗਹਿੜਾ ਮਾਰ ਹੋਣ ਜਾਂ ਕੀਏ, ਪਸ਼ੂਆਂ ਦੀਆਂ ਕੁਰਬਾਨੀਆਂ ਬਲੀਆਂ। ਬੜਾ ਉਹਨਾਂ ਨੇ ਧਰਮ ਦੇ ਕਰਮ ਇਹੋ ਜਿਹੇ ਕਮਾਏ ਕਿ ਪਰਮਾਤਮਾ ਤੱਕ ਪਹੁੰਚ ਸਕੀਏ। ਪਰ ਇੱਕ ਤਿਲ ਤਾਕੋ ਮਰਮ ਨਾ ਪਾਵਤ, ਇੱਕ ਤਿਲ ਰੱਤੀ ਭਰ ਵੀ ਉਹਨਾਂ ਨੂੰ ਪਰਮਾਤਮਾ ਦੇ ਘਰ ਦਾ ਕੋਈ ਭੇਦ ਨਹੀਂ ਹੈ ਜੀ। ਪ੍ਰਭ ਪ੍ਰੀਤ ਪ੍ਰੇਮ ਰਸ ਭਗਤੀ, ਹਰ ਜਨ ਤਾਕੈ ਦਰਸ ਸਮਾਵਤ। ਪ੍ਰਿਆ ਦਾ ਅਰਥ ਹੁੰਦਾ ਪਰਮਾਤਮਾ, ਜਿਹੜੇ ਉਸ ਪਰਮਾਤਮਾ ਪ੍ਰਭੂ ਨੂੰ ਪ੍ਰੀਤ ਪ੍ਰੇਮ ਕਰਕੇ ਪ੍ਰੀਤ ਨਾਲ ਧਿਆਉਂਦੇ ਨੇ, ਉਹਦੀ ਆਰਾਧਨਾ ਕਰਦੇ ਨੇ, ਉਪਾਸਨਾ ਕਰਦੇ ਨੇ, ਉਹਨੂੰ ਗਾਉਂਦੇ ਨੇ, ਹਰ ਵੇਲੇ ਆਪਣੇ ਅੰਗ ਸੰਗ ਸਮਝਦੇ ਨੇ, ਉਹਨੂੰ ਸਨੇਹ ਕਰਦੇ ਨੇ, ਮੁਹੱਬਤ ਕਰਦੇ ਨੇ। ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਹਨੂੰ ਦਿਲ ਤੋਂ ਮੁਹੱਬਤ ਹੈ, ਉਸ ਪਿਆਰੇ ਪਰਮਾਤਮਾ, ਜਿਵੇਂ ਦੁਨਿਆਵੀ ਤੌਰ ਤੇ ਕੋਈ ਇਨਸਾਨ ਕਿਸੇ ਨੂੰ ਪ੍ਰੇਮ ਕਰੇ, ਉਸ ਤੋਂ ਵੀ ਕਈ ਗੁਣਾ ਵੱਧ ਜੇ ਕੋਈ ਪਰਮਾਤਮਾ ਨੂੰ ਪ੍ਰੇਮ ਕਰਦਾ ਹੈ। ਹਰ ਜਨ ਤਾਕੈ ਦਰਸ ਸਮਾਵਤ, ਫਿਰ ਉਹ ਹਰੀ ਦਾ ਜਨ, ਪਰਮਾਤਮਾ ਦਾ ਸੇਵਕ, ਉਹਦੇ ਦਰਸ਼ਨ ਕਰਦਾ ਇੱਕ ਦਿਨ ਉਹਦੇ ਦਰਸ਼ਨਾਂ ਵਿੱਚ ਹੀ ਸਮਾ ਜਾਂਦਾ ਹੈ। ਹਰ ਕਾ ਸੇਵਕ ਸੋ ਹਰ ਜੇਗਾ, ਜੋ ਸਲਲ ਹੈ ਸਲਲ ਸਮਾਇੰਦਾ। ਤੇ ਮਹਾਰਾਜ ਸਾਹਿਬ ਕਹਿੰਦੇ
ਜਿਉਂ ਜਲ ਮੈਂ ਜਲ ਆਏ ਕਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ। ਇਸ ਤਰੀਕੇ ਨਾਲ ਜਿਵੇਂ ਜੋਤ ਵਿੱਚ ਜੋਤ ਰਲ ਜਾਂਦੀ ਹੈ, ਸਮੁੰਦਰ ਦੀਆਂ ਲਹਿਰਾਂ ਉੱਠਦੀਆਂ ਨੇ, ਲਹਿਰਾਂ ਫਿਰ ਸਮੁੰਦਰ 'ਚ ਸਮਾ ਜਾਂਦੀਆਂ ਨੇ, ਇਸ ਤਰੀਕੇ ਨਾਲ ਉਹ ਹਰੀ ਦੇ ਜਨ ਪਰਮਾਤਮਾ ਦੇ ਪਿਆਰੇ ਦਿਲ ਤੋਂ ਮੁਹੱਬਤ ਪਿਆਰ ਨਾਲ ਉਸ ਪਰਮਾਤਮਾ ਨੂੰ ਪ੍ਰੀਤ ਕਰਦੇ, ਉਹਦੇ ਦਰਸ਼ਨ ਕਰਦੇ ਕਰਦੇ ਮੁਹੱਬਤ ਕਰਦੇ ਇੱਕ ਦਿਨ ਉਸ ਅਕਾਲ ਪੁਰਖ ਦੇ ਦਰਸ਼ਨਾਂ ਵਿੱਚ ਸਦੀਵ ਕਾਲ ਸਮਾ ਜਾਂਦੇ ਹਨ। ਤਿਸ ਹੈ ਤਿਆਗ ਆਨ ਕੋ ਜਾਚੈ ਮੁਖ ਦੰਤ ਰਸਨ ਸਗਲ ਘਸ ਜਾਵਤ। ਤਿਸ ਹੈ ਤਿਆਗ ਆਨ ਕੋ ਜਾਚੈ, ਫਿਰ ਇਹੋ ਜਿਹੇ ਪਰਮਾਤਮਾ ਨੂੰ ਜਿਹੜਾ ਤਿਆਗ ਕੇ ਆਨ ਕੋ ਜਾਚੈ, ਕਿਸੇ ਹੋਰ ਨੂੰ ਕਿਸੇ ਹੋਰ ਦੇ ਪਿੱਛੇ ਫਿਰਦੇ ਨੇ, ਕਿਸੇ ਹੋਰ ਕੋ ਕੁਝ ਮੰਗਦੇ ਨੇ। ਸਾਡਾ ਗੁਰੂ ਇੰਨਾ ਮਹਾਨ, ਸਾਡਾ ਗੁਰੂ ਇੰਨਾ ਬਖਸ਼ਿਸ਼ਾਂ ਦਾ ਭੰਡਾਰ ਹੋਵੇ, ਜਿਹਦੇ ਘਰ ਵਿੱਚ ਟੋਟਾ ਕੋਈ ਨਾ ਹੋਵੇ, ਜਿਹਦੇ ਘਰ ਤੋਂ ਕੋਈ ਖਾਲੀ ਮੁੜਿਆ ਹੀ ਨਾ ਹੋਵੇ, ਜਿਹਦੇ ਘਰ ਵਿੱਚ ਜਿਹਦਰ ਆਵਤ ਜਾਤੇ ਉਹ ਹਟ ਕੇ ਨਹੀਂ, ਕੋਈ ਪੁੱਛਦਾ ਹੀ ਨਹੀਂ ਤੂੰ ਕੌਣ ਹੈ, ਕਿੱਥੋਂ ਆਇਆ, ਕੀ ਕਰਨਾ ਹੈ। ਤੇ ਸਤਿਗੁਰੂ ਹਰ ਇੱਕ ਦੀ ਗੱਲ ਸੁਣਦੇ ਹੋਣ, ਹਰ ਇੱਕ ਦੀ ਝੋਲੀ ਬਖਸ਼ਿਸ਼ਾਂ ਨਾਲ ਭਰਦੇ ਹੋਣ। ਤੇ ਮਹਾਰਾਜ ਕਹਿੰਦੇ ਜੇ ਇਹੋ ਜਿਹੇ ਗੁਰੂ ਪਰਮਾਤਮਾ ਨੂੰ ਛੱਡ ਕੇ ਕੋਈ ਕਿਸੇ ਮਨ ਮੋਏ ਬੰਦੇ ਦਾ ਬੰਦਾ ਕਿਸੇ ਹੋਰ ਅੱਗੇ ਝੋਲੀ ਅੱਡੇ, ਕਿਸੇ ਹੋਰ ਤੋਂ ਕੁਛ ਮੰਗੇ, ਤਾਂ ਫਿਰ ਉਹਦੇ ਲਈ ਇਸ ਤੋਂ ਸ਼ਰਮ ਵਾਲੀ ਗੱਲ ਹੋ ਨਹੀਂ ਸਕਦੀ। ਕਿਉਂਕਿ ਜਿਸ ਦਾ ਸਾਹਿਬ ਡਾਢਾ ਹੋਏ, ਜਿਹਦਾ ਇੰਨਾ ਵੱਡਾ ਉਹਾਂ ਤੋਂ ਜਾਈਏ ਜਾਂ ਉਈਆਂ ਨਾ ਹੋਵੇ। ਕਿਸੇ ਕੋਲ ਤਾਂ ਹੋਰ ਤਾਂ ਮੰਗੀਏ ਨਾ ਜੇ ਇੱਥੇ ਕੁਛ ਨਾ ਹੋਵੇ। ਇੱਥੇ ਤਾਂ ਘਰ ਤਾਂ ਤੇਰੇ ਸਭ ਪਿੱਛੇ ਤੇ ਸਭ ਕੁਝ ਪਿਆ ਹੈ। ਜਿਸ ਦਿਨ ਗੁਰੂ ਨਾਨਕ ਸਾਹਿਬ ਦਾ ਵਿਆਹ ਸੀ ਨਾ ਜੀ, ਅਚਲ ਬਟਾਲੇ ਗਏ ਮਾਤ ਸੁਲੱਖਣੀ ਨੂੰ ਵਿਆਹਣ, ਗਰੀਬ ਗੁਰਬੇ ਨੂੰ ਬੜਾ ਦਾਨ ਦਿੱਤਾ ਗਿਆ। ਮਹਾਰਾਜ ਨੇ ਆਪ ਵੀ, ਮਹਿਤਾ ਕਲਿਆਣ ਦਾਸ ਨੇ ਵੀ ਦਿੱਤਾ। ਭਾਈ ਸਾਹਿਬ ਭਾਈ ਮਰਦਾਨਾ ਜੀ ਮਹਾਰਾਜ ਸਾਹਿਬ ਦਾ ਭਰਾ ਵੀ ਹੈ, ਉਹ ਸਭ ਤੋਂ ਪਿਆਰਾ ਸਿੱਖ ਵੀ ਹੈ। ਉਹਨੇ ਕਿਹਾ ਬਾਬਾ ਦੁਨੀਆ ਦੀਆਂ ਝੋਲੀਆਂ ਬੜੀਆਂ ਭਰੀਆਂ, ਮੈਂ ਤੁਹਾਡੇ ਨਾਲ ਰਹਿਣਾ ਹੈ ਤੇ ਮੈਨੂੰ ਕੀ ਦੋਗੇ? ਅੱਜ ਬੜਾ ਖੁਸ਼ੀ ਦਾ ਦਿਨ ਹੈ, ਮੇਰੇ ਲਈ ਕੀ ਰੱਖਿਆ ਹੈ? ਬਾਦਸ਼ਾਹ ਕਹਿੰਦੇ ਅਸਲ ਵਿੱਚ ਭਾਈ ਮਰਦਾਨਾ ਜਿਹੜੀ ਦਾਤ ਮੈਂ ਤੈਨੂੰ ਦਿੱਤੀ ਉਹ ਕਿਸੇ ਨੂੰ ਨਹੀਂ ਦਿੱਤੀ। ਤੈਨੂੰ ਮੈਂ ਕੀਰਤਨ ਦਿੱਤਾ, ਪਰਮਾਤਮਾ ਦੀ ਸਿਫਤ ਤੈਨੂੰ ਦਿੱਤੀ। ਕੀਰਤੀ ਸਿਮਰਨ ਜਿਹਦੇ ਕੋਲ ਹੋਵੇ ਭਾਈ ਮਰਦਾਨਾ, ਉਹਨਾਂ ਦੇ ਘਰ 'ਚ ਟੋਟਾ ਕੋਈ ਨਹੀਂ ਰਹਿੰਦਾ, ਕਮੀ ਕੋਈ ਨਹੀਂ ਰਹਿੰਦੀ। ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ, ਪਾਤਸ਼ਾਹ ਉਹ ਪਾਤਸ਼ਾਹ ਦਾ ਪਾਤਸ਼ਾਹ ਹੁੰਦਾ ਹੈ। ਪਰ ਜੇ ਫਿਰ ਵੀ ਤੈਨੂੰ ਲੱਗਦਾ ਕੁਝ ਹੋਰ ਚਾਹੀਦਾ ਤੂੰ ਮੰਗ ਮੈਂ ਉਹੀ ਦੇ ਦਿਆਂ। ਭਾਈ ਮਰਦਾਨੇ ਨੇ ਕਿਹਾ ਬਾਬਾ ਤੇਰੇ ਅੱਜ ਚੋਲਾ ਪੋਸ਼ਾਕ ਬੜੀ ਸੋਹਣੀ ਪਾਈ ਹੋਈ ਹੈ, ਬੜੀ ਫੱਬਦੀ ਹੈ, ਜੇ ਮੈਨੂੰ ਇਹ ਲਾ ਕੇ ਦੇ ਦਿਓ। ਮੈਨੂੰ ਗਰੀਬ ਨੂੰ ਕਿਸੇ ਨੇ ਇਹੋ ਜਿਹੀ ਮਹਿੰਗੀ ਕੀ ਦੇਣੀ ਹੈ? ਅੱਜ ਤੁਹਾਡਾ ਵਿਆਹ ਤਾਂ ਤੁਹਾਨੂੰ ਤਾਂ ਹੋਰ ਵੀ ਵਾਧੂ ਜੁੜ ਜਾਣਗੀਆਂ, ਜੇ ਅੱਜ ਇਹ ਮੈਨੂੰ ਦੇ ਦਿਓ। ਮਹਾਰਾਜ ਸਾਹਿਬ ਨੇ ਆਪਣੀ ਕੀਮਤੀ ਪੋਸ਼ਾਕ ਲਾ ਕੇ ਆਪਣੇ ਪਿਆਰੇ ਸਿੱਖ, ਆਪਣੇ ਭਰਾ 10 ਸਾਲ ਵੱਡਾ ਭਾਈ ਮਰਦਾਨਾ ਮਹਾਰਾਜ ਜਿਹਨੂੰ ਭਰਾ ਬਣਾ ਕੇ ਰੱਖਿਆ, ਉਹਦੇ ਗਲ 'ਚ ਪੋਸ਼ਾਕ ਪਾ ਦਿੱਤੀ। ਭਾਈ ਮਰਦਾਨਾ ਕਹਿੰਦਾ ਬਾਬਾ ਤੁਹਾਡੇ ਬੜੀ ਸੋਹਣੀ ਲੱਗਦੀ ਸੀ, ਮੇਰੇ ਕਿਹੋ ਜਿਹੀ ਲੱਗਦੀ? ਮਹਾਰਾਜ ਹੱਸ ਕੇ ਕਹਿੰਦੇ ਭਾਈ ਮਰਦਾਨਿਆ ਹੀਰੇ ਨੂੰ ਭਾਵੇਂ ਕੋਈ ਲੀਰਾਂ 'ਚ ਰੱਖ ਦੇ ਤਾਂ ਵੀ ਹੀਰਾ ਰਹਿੰਦਾ ਹੈ, ਹੀਰੇ ਨੂੰ ਭਾਵੇਂ ਰੇਸ਼ਮ ਦੇ ਕੱਪੜੇ 'ਚ ਰੱਖ ਦੇ ਤਾਂ ਵੀ ਹੀਰੋ ਦੀ ਕੀਮਤ ਵੱਧਦੀ ਘਟਦੀ ਨਹੀਂ। ਤੂੰ ਪਰਮਾਤਮਾ ਦੇ ਘਰ ਦੀ ਕੀਰਤੀ ਕਰਨ ਵਾਲਾ, ਤੇਰੀ ਕੀਮਤ ਤੇ ਕੱਪੜਿਆਂ ਕਰਕੇ ਨਹੀਂ, ਤੂੰ ਜੋ ਹੈ ਸੁਖ ਹੈ। ਪਰ ਇੱਕ ਗੱਲ ਯਾਦ ਰੱਖੀ ਭਾਈ ਮਰਦਾਨਿਆ, ਅੱਜ ਚੋਲਾ ਧਰਮ ਦਾ ਪਾਇਆ, ਅੱਜ ਬਾਣਾ ਗੁਰੂ ਨਾਨਕ ਦਾ ਪਾਇਆ। ਦੁਨੀਆ ਵਿੱਚ ਜ਼ਿੰਦਗੀ ਵਿੱਚ ਬੜੀਆਂ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ, ਘਰ ਲਈ, ਪਰਿਵਾਰ ਲਈ, ਬੱਚਿਆਂ ਲਈ, ਆਪਣੇ ਲਈ। ਜਦੋਂ ਵੀ ਕਿਸੇ ਚੀਜ਼ ਦੀ ਲੋੜ ਪਈ, ਇਸ ਚੋਲੇ ਦੀਆਂ ਕੰਨੀਆਂ ਫੜ ਕੇ, ਇਸ ਬਾਣੇ ਦੀਆਂ ਕੰਨੀਆਂ ਫੜ ਕੇ ਕਰਤਾਰ ਤੋਂ ਮੰਗੀ, ਮੇਰੇ ਪਰਮਾਤਮਾ ਤੋਂ ਮੰਗੀ, ਤੇਰੀ ਝੋਲੀ ਭਰ ਕੇ ਰੱਖ ਦੇਗਾ। ਅੱਜ ਚੋਲਾ ਗੁਰੂ ਨਾਨਕ ਦਾ, ਕਿਤੇ ਇਸ ਚੋਲੇ ਦੀਆਂ ਕੰਨੀਆਂ ਫੜ ਕੇ ਕਿਸੇ ਬੰਦੇ ਤੋਂ ਨਾ ਮੰਗਣ ਲੱਗ ਜਾਈ, ਕਿਸੇ ਕਬਰ ਤੋਂ ਨਾ ਮੰਗਣ ਲੱਗ ਜਾਈ, ਇਸ ਬਾਣੇ ਨੂੰ ਦਾਗ ਲੱਗ ਜਾਏਗਾ। ਅੱਜ ਬਾਣੇ ਸਾਡੇ ਵੀ ਗੁਰੂ ਨਾਨਕ ਸਾਹਿਬ ਦੇ ਨੇ। ਆਪਣੀ ਮਨਾਂ ਝਾਤ ਮਾਰ ਕੇ ਵੇਖ ਲਓ ਕਿ ਅਸੀਂ ਆਪਣੇ ਬਾਣੇ ਦੀਆਂ ਕੰਨੀਆਂ ਫੜ ਕੇ ਗੁਰੂ ਗ੍ਰੰਥ ਸਾਹਿਬ ਤੋਂ ਮੰਗਦੇ ਜਾਂ ਕਿਤੋਂ ਹੋਰ ਮੰਗਦੇ ਹਾਂ। ਜੇ ਕਿਤੋਂ ਹੋਰ ਮੰਗਦੇ ਹਾਂ ਤਾਂ ਫਿਰ ਗੁਰੂ ਅਰਜਨ ਸਾਹਿਬ ਦੇ ਬਚਨ ਨੇ ਤਿਸੈ ਤਿਆਗ ਆਨ ਕੋ ਜਾਚੈ। ਭਾਈ ਗੁਰੂ ਨੂੰ ਪਰਮਾਤਮਾ ਨੂੰ ਛੱਡ ਕੇ ਕਿਸੇ ਹੋਰ ਦੀ ਜਾਚਨਾ ਕਰੇ, ਕਿਸੇ ਹੋਰ ਅੱਗੇ ਅਰਦਾਸ ਕਰੇ, ਮੁਖ ਦੰਤ
ਰਸਨ ਸਗਲ ਘਸ ਜਾਵਤ, ਜਿਹੜੇ ਮੁਖ ਨਾਲ ਤੂੰ ਮੰਗਦਾ, ਜਿਹੜੇ ਇਹ ਦੰਦਾਂ ਦੇ ਸਵਾਦ ਦੰਦ ਨੇ ਤੇਰੇ ਇੰਨੇ ਸੋਹਣੇ, ਦੁਨੀਆ ਤੋਂ ਮੰਗਦੇ ਮੰਗਦੇ ਦੰਦ ਘਸ ਜਾਣੇ ਨੇ, ਗਿਆਨ ਇੰਦਰੇ ਸਭ ਕੁਝ ਨੇ ਜਵਾਬ ਦੇ ਜਾਣਾ, ਮੰਗਾਂ ਤੇਰੀਆਂ ਲੋੜਾਂ ਉਹਨਾਂ ਤੋਂ ਪੂਰਤੀ ਨਹੀਂ ਹੋਏਗੀ। ਇਸ ਲਈ ਇਹ ਨੈਣ ਗਿਆਨ ਪ੍ਰਾਣ ਇੰਦਰੇ ਸਭ ਚੱਲ ਰਹੇ ਨੇ, ਪਰਮਾਤਮਾ ਤੋਂ ਮੰਗ ਲੈ, ਇਸ ਰਸਨਾ ਨਾਲ ਪਰਮਾਤਮਾ ਦੇ ਗੁਣ ਗਾਲਾ, ਤੇਰਾ ਜੀਵਨ ਵੀ ਸਫਲ ਹੋ ਜਾਏਗਾ। ਰੇ ਮਨ ਮੂੜ ਸਿਮਰ ਸੁਖ ਦਾਤਾ, ਨਾਨਕ ਦਾਸ ਤੁਝੈ ਸਮਝਾਵਤ। ਗੁਰੂ ਅਰਜਨ ਦੇਵ ਪਾਤਸ਼ਾਹ ਆਪਣੇ ਮਨ ਨੂੰ ਮੁਖਾਤਬ ਕਰਕੇ ਕਹਿ ਰਿਹਾ, ਹੈ ਮੂਰਖ ਮਨਾ, ਧੰਨ ਗੁਰੂ ਨਾਨਕ ਸਾਹਿਬ ਸਮਝਾ ਰਹੇ ਆ ਤੇ ਸਾਡੇ ਲਈ ਸਾਰਿਆਂ ਲਈ ਉਪਦੇਸ਼ ਹੈ। ਹੈ ਮੂਰਖ ਮਨ, ਗੁਰੂ ਨਾਨਕ ਸਾਹਿਬ ਗੁਰੂ ਅਰਜਨ ਸਾਹਿਬ ਅੱਜ ਜੋ ਸਮਝਾ ਰਹੇ ਉਹਨੂੰ ਸਮਝ ਲੈ। ਜੇ ਅੱਜ ਸੁਣ ਕੇ ਨਾ ਸਮਝਿਆ ਫਿਰ ਕਿਸੇ ਨੂੰ ਦੋਸ਼ ਨਹੀਂ ਦੇਣਾ, ਫਿਰ ਗਲਤੀ ਆਪਣੀ ਹੋਏ। ਕੋਈ ਹੁਣ ਰੈੱਡ ਲਾਈਟ ਨੂੰ ਦੇਖ ਕੇ ਵੀ ਟੱਪੀ ਜਾਏ ਫਿਰ ਤਾਂ ਚਲਾਨ ਹੋਏਗਾ ਨਾ। ਲਾਅ ਐਂਡ ਆਰਡਰ, ਉਹਦੇ ਹੁਕਮ ਨੂੰ ਵੀ ਮੰਨਣਾ ਹੈ, ਉਹਦੇ ਆਰਡਰ ਨੂੰ ਵੀ ਮੰਨਣਾ ਹੈ, ਉਹਦੇ ਕਾਨੂੰਨ ਨੂੰ ਵੀ ਮੰਨਣਾ ਹੈ। ਕੋਈ ਹੁਕਮ ਅਦੁੱਲੀ ਕਰੇਗਾ ਉਹਦੇ ਫਿਰ ਕਾਨੂੰਨ ਨੂੰ ਫੋਲੋ ਕਰਨਾ ਹੋਏਗਾ। ਹੁਕਮ ਨੂੰ ਮੰਨੇਗਾ ਤਾਂ ਵੀ ਉਹਦੇ ਲਈ ਕਾਨੂੰਨ ਬਣਿਆ ਤੇ ਉਹਦਾ ਇੱਜ਼ਤ ਮਾਣ ਸਨਮਾਨ ਹੋਏਗਾ। ਤੇ ਜੇ ਅੱਜ ਸੁਣ ਕੇ ਵੀ ਅਸੀਂ ਇਗਨੋਰ ਕਰਾਂਗੇ, ਨਹੀਂ ਮੰਨਾਂਗੇ ਵੀ ਕਿਸੇ ਹੋਰ ਲਈ ਹੈ, ਫਿਰ ਬਾਦਸ਼ਾਹ ਕਹਿੰਦੇ ਪਰਮਾਤਮਾ ਵੇਖਦਾ ਹੈ, ਫਿਰ ਉਹ ਜਿਹਾ ਹਿਸਾਬ ਦਾ, ਉਹ ਜੀ ਸਜ਼ਾ, ਉਹ ਜੇ ਤੇਰੇ ਲਈ ਪ੍ਰਬੰਧ ਹੋਣਗੇ। ਜੇ ਸੁਣ ਕੇ ਮੰਨ ਕੇ ਸਮਝੇਗਾ ਵੀ ਉਪਦੇਸ਼ ਦਿੱਤਾ ਹੀ ਮੈਨੂੰ ਹੈ, ਫਿਰ ਤੇਰੀ ਜ਼ਿੰਦਗੀ ਦਾ ਪਾਰ ਉਤਾਰਾ ਹੋਏਗਾ। ਰੇ ਮਨ ਮੂੜ ਸਿਮਰ ਸੁਖ ਦਾਤਾ। ਅੱਜ ਗੁਰੂ ਨਾਨਕ ਸਾਹਿਬ ਗੁਰੂ ਅਰਜਨ ਸਾਹਿਬ ਇਹ ਸਮਝਾ ਰਹੇ ਆ, ਸਿਮਰ ਸੁਖ ਦਾਤਾ। ਭਾਈ ਸਾਰੇ ਸੁੱਖਾਂ ਦੇ ਦਾਤੇ ਪਰਮਾਤਮਾ ਨੂੰ ਸਿਮਰ ਲੈ, ਉਸ ਪਰਮਾਤਮਾ ਨੂੰ ਸਿਮਰ ਜਿਹੜਾ ਸਾਰੇ ਸੁੱਖ ਦੇਣ ਵਾਲਾ ਹੈ, ਸਦੀਵ ਕਾਲ ਲਈ ਸੁੱਖ ਦੇਣ ਵਾਲਾ, ਜਿਹੜਾ ਸਰੀਰਕ ਮਾਨਸਿਕ ਆਤਮਿਕ ਤੌਰ ਤੇ ਸੁੱਖ ਦੇਣ ਵਾਲਾ ਹੈ, ਜਿਹਦੇ ਦਿੱਤੇ ਹੋਏ ਸੁੱਖ ਆਰਿਆਂ ਥੱਲੇ ਵੀ ਨਹੀਂ ਡੋਲਦੇ, ਜਿਹਦੇ ਦਿੱਤੇ ਹੋਏ ਸੁੱਖ ਬੰਦ ਕੱਟੇ ਜਾਂਦਿਆਂ ਵੀ ਨਹੀਂ ਖਤਮ ਹੁੰਦੇ, ਜਿਹਦੇ ਸੁੱਖ ਕੋਈ 4 ਸਾਲ ਦੇ ਬੱਚੇ ਦਾ ਕਾਲਜਾ ਵੀ ਮੂੰਹ ਚ ਪਾ ਦੇ ਉਹ ਸੁੱਖ ਤਾਂ ਵੀ ਬਰਕਰਾਰ ਰਹਿੰਦਾ। ਉਹ ਸੁੱਖਾਂ ਦੇ ਦਾਤੇ ਨੂੰ ਸਿਮਰ ਲੈ, ਉਹ ਸੁੱਖਾਂ ਦੇ ਦਾਤੇ ਦੀ ਅਰਾਧਨਾ ਕਰ ਲੈ, ਉਹਦੀ ਕਮਾਈ, ਉਹਦਾ ਧਿਆਨ ਧਰ ਲੈ, ਤੇਰੇ ਜੀਵਨ ਦਾ ਪਾਰ ਉਤਾਰਾ ਹੋ ਜਾਏਗਾ। ਨਹੀਂ ਇੱਥੇ ਜਪਾਂ ਤਪਾਂ ਦੇ ਚੱਕਰਾਂ ਵਿੱਚ, ਮੰਤਰਾਂ ਦੇ ਚੱਕਰਾਂ ਵਿੱਚ ਬੜੇ ਹੋ ਤੁਰ ਗਏ, ਪਰਮਾਤਮਾ ਦਾ ਇੱਕ ਰੱਤੀ ਪਰ ਕਿਸੇ ਨੇ ਭੇਤ ਨਹੀਂ ਪਾਇਆ। ਸਤਿਗੁਰੂ ਪਾਤਸ਼ਾਹ ਨੇ ਰਹਿਮਤ ਕੀਤੀ, ਸਾਡੇ ਵੱਡੇ ਭਾਗ ਨੇ, ਸਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿਹੜੇ 'ਚ ਜਨਮ ਮਿਲਿਆ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸਾਨੂੰ ਗੁਰੂ ਮਿਲੇ ਨੇ। ਇੱਕ ਇੱਕ ਬਚਨ ਸਤਿਗੁਰੂ ਸਾਨੂੰ ਪਰਮਾਤਮਾ ਦੇ ਨਾਲ ਜੋੜਨ ਦੀ ਜਿਹੜੀ ਉਹ ਗੱਲ ਕਰ ਰਹੇ ਨੇ, ਉਪਦੇਸ਼ ਦੇ ਰਹੇ ਨੇ। ਸੁਣਨਾ, ਮੰਨਣਾ, ਕਮਾਉਣਾ ਇਹ ਸਾਡੇ ਵੱਸ ਦੀ, ਅਸੀਂ ਕਰਨਾ ਹੈ। ਸਤਿਗੁਰੂ ਚਰਨਾਂ 'ਚ ਅਰਦਾਸ ਕਰਕੇ ਜਾਇਓ, ਪਾਤਸ਼ਾਹ ਅਸੀਂ ਮਰਜ਼ੀ ਨਾਲ ਕੁਛ ਨਹੀਂ ਕਰ ਸਕਦੇ, ਸਾਡੇ 'ਚ ਕੋਈ ਹਿੰਮਤ ਨਹੀਂ। ਨਿਤਨੇਮ ਤੁਸੀਂ ਕਰਾਉਣਾ, ਸੇਵਾ ਤੁਸੀਂ ਕਰਾਉਣੀ, ਸਿਮਰਨ ਤੁਸੀਂ ਕਰਾਉਣਾ, ਬਸ ਆਪਣੇ ਭਾਣੇ ਵਿੱਚ, ਆਪਣੇ ਹੁਕਮ ਰਜਾ ਵਿੱਚ ਲਿਜਾ ਕੇ ਸਾਡੇ ਤੋਂ ਅਰਾਧਨਾ ਵੀ, ਸਿਮਰਨ ਵੀ, ਸੇਵਾ ਵੀ, ਬੰਦਗੀ, ਸਿਮਰਨ, ਮੈਡੀਟੇਸ਼ਨ ਸਭ ਤੁਸੀਂ ਕਰਾਉਣਾ, ਸਤਸੰਗ ਤੁਸੀਂ ਕਰਾਉਣੀ ਹੈ। ਹੰਕਾਰ ਤੋਂ ਬਚਾ ਕੇ ਰੱਖਿਓ, ਨਿਮਰਤਾ ਦੀ ਦਾਤ, ਸੇਵਾ ਦੀ ਦਾਤ ਸਾਡੀ ਝੋਲੀ 'ਚ ਪਾਇਓ, ਜਿਸ ਕਰਕੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਪ੍ਰਭ ਆਪੇ ਮਿਲੇ ਤੇ ਭਾਗੀ ਬਣ ਸਕੇ। ਗੁਰਮਤਿ ਦਾ ਉਪਦੇਸ਼ ਗੁਰੂ ਦਾ ਸਮਝ ਕੇ ਹਿਰਦੇ 'ਚ ਵਸਾਇਓ, ਮੇਰੀਆਂ ਭੁੱਲਾਂ ਨਾ ਚਤਾਰਿਓ। ਆਪ ਸੰਗਤ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਬੜੇ ਪਿਆਰ ਵਿੱਚ ਬੈਠ ਕੇ ਸਰਵਣ ਕੀਤਾ। ਸਮੇਂ 'ਚੋਂ ਸਮਾਂ ਕੱਢ ਕੇ ਭਾਈ ਆਇਆ ਕਰੋ। ਗੁਰਬਾਣੀ ਦੀ ਕਥਾ ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣਦ ਦਰ ਦੁਖ ਲਥਾ। ਜਿਹੜੇ ਕਥਾ ਨੂੰ ਪਿਆਰ ਕਰਦੇ ਆ ਨਾ, ਚਾਹੇ ਵੱਡੇ ਜਿੰਨੇ ਵੀ ਲਾਈਵ ਟੈਲੀਕਾਸਟ ਨੇ, ਚਾਹੇ ਉਹ ਟੀਵੀਆਂ ਦੇ ਨੇਮ ਹੋਵੇ, ਚਾਹੇ ਗੁਰੂ ਘਰ ਜਾ ਕੇ ਸੁਣਨ ਦਾ ਨੇਮ ਹੋਵੇ, ਉਹ ਨੇਮ 'ਚ ਵਿਗੜ ਨਹੀਂ ਪੈਣ ਦਿੰਦੇ। ਆਪਣੇ ਜਿਹੜੇ ਰੂਟੀਨ ਆ ਉਹਨੂੰ ਘੰਟਾ ਕੁ ਪਿੱਛਾ ਕਰ ਲੈਣਗੇ ਜਦੋਂ ਬਾਣੀ ਦਾ ਰਸ ਆਉਣ ਲੱਗ ਜਾਏ। ਇਸ ਲਈ ਇਹ ਬਾਣੀ ਉਹ ਹੈ ਜਿਹੜੀ ਸਾਨੂੰ ਬ੍ਰਹਮ ਗਿਆਨ ਬਖਸ਼ਦੀ ਹੈ, ਪਰਮਾਤਮਾ ਦੇ ਘਰ ਤੱਕ ਲਿਜਾਣ 'ਚ ਸਾਡੀ ਮਦਦ ਕਰਦੀ ਹੈ, ਉਹਦੀਆਂ ਸਿਫਤ ਸਲਾਹਾਂ ਸਾਨੂੰ ਦੱਸਦੀ ਹੈ। ਇਸ ਲਈ ਸਮੇਂ ਤੇ ਪਹੁੰਚ ਕੇ ਗੁਰਬਾਣੀ ਵਿਚਾਰ ਨਾਲ ਜੁੜਿਆ ਕਰੋ, ਆਪਣੇ ਨਾਲ ਹੋਰ ਵੀ ਸੰਗਤ ਨੂੰ ਲਿਆਇਆ ਕਰੋ ਤੇ ਸੰਗਤ ਕਰਨਾ ਕਰਾਉਣਾ ਬਹੁਤ ਵੱਡਾ ਮਹੱਤਵ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਧੰਨਵਾਦ, ਜਿਨ੍ਹਾਂ ਨੇ ਰਹਿਮਤ ਕਰਕੇ ਸਤਸੰਗ ਦੀਆਂ ਘੜੀਆਂ ਸਾਡੀ ਝੋਲੀ 'ਚ ਪਾਈਆਂ ਨੇ। ਮੇਰੇ ਤੋਂ ਬੋਲਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ। ਦੇਵੋ ਸੱਜਣ ਅਸੀਸੜੀਆਂ ਜੋ ਹੋਵੇ, ਸਾਹਿਬ ਸੁਮੇਲ। ਆਓ ਆਖਰੀ ਪੰਕਤੀਆਂ ਦਾ ਪਾਠ ਸਰਵਣ ਕਰਕੇ ਸਮਾਪਤੀ ਕਰੀਏ ਜੀ। ਜਿਸ ਹੈ ਤਿਆਗ ਆਨ ਕੋ ਜਾਚੈ, ਮੁਖ ਦੰਤ ਰਸਨ ਸਗਲ ਘਸ ਜਾਵਤ। ਰੇ ਮਨ ਮੂੜ ਸਿਮਰ ਸੁਖ ਦਾਤਾ, ਨਾਨਕ ਦਾਸ ਤੁਝੈ ਸਮਝਾਵਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਨੰਦ
ਸਾਹਿਬ ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਮਨ ਵਜੀਆ ਵਧਾਈਆ ਰਾਗ ਰਤਨ ਪਰਵਾਰ